ਹਾਂਜੀ, ਸਵਾਗਤ ਹੈ ਜੀ ਸਾਡੇ YouTube ਚੈਨਲ ਤੇ Facebook ਪੇਜ ਤੱਤ ਗੁਰਮਤਿ ਗਿਆਨ TV ਤੇ ਅਸੀਂ ਅੱਜ ਤੁਹਾਡੇ ਨਾਲ ਇੱਕ ਨਵਾਂ ਐਪੀਸੋਡ ਸ਼ੁਰੂ ਕਰਨ ਜਾ ਰਹੇ ਹਾਂ ਜੀ, ਜਪ ਵਿਚਾਰ, ਜੋ ਕਿ ਗੁਰੂ ਗ੍ਰੰਥ ਸਾਹਿਬ ਦਾ ਮੁੱਢਲਾ ਅਧਿਆਇ ਵੀ ਹੈਗਾ ਆ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਮੁੱਢਲੀ ਵਿਚਾਰਧਾਰਾ ਦੇ ਬਾਰੇ ਅਸੀਂ ਬੜੇ ਹੀ ਸੰਖੇਪ, ਸੁਚੱਜੇ ਤੇ ਸੁਹਿਰਦ ਤਰੀਕੇ ਦੇ ਨਾਲ ਵਿਚਾਰਧਾਰਾ ਨੂੰ ਜਾਣ ਸਕਦੇ ਹਾਂ। ਤੇ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਹਾਜ਼ਰ ਨੇ ਜੀ ਸਤਿਕਾਰਯੋਗ ਬਾਪੂ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ। ਸਵਾਗਤ ਹੈ ਬਾਪੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਪੂ ਜੀ, ਅੱਜ ਆਪਾਂ ਜਿਹੜਾ ਇੱਕ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਜੀ, ਜਪ ਬਾਣੀ, ਜਿਹਦੇ ਵਿੱਚ ਮੁੱਢਲੇ ਜਿਹੜੇ ਸਵਾਲ ਜੋ ਸਾਡੇ ਸਾਹਮਣੇ ਉਪਜਦੇ ਹੈ ਤੇ ਉਹਨਾਂ ਸਵਾਲਾਂ ਦੇ ਜਵਾਬ ਜੋ ਬਾਣੀ ਦੇ ਵਿੱਚੋਂ ਸਾਨੂੰ ਮਿਲਦੇ ਨੇ, ਆਪਾਂ ਉਸ ਸਵਾਲਾਂ ਦੇ ਜਵਾਬ ਸੰਖੇਪ ਦੇ ਵਿੱਚ ਜਿਹੜਾ ਆਪਾਂ ਇਹ ਪ੍ਰੋਗਰਾਮ ਸ਼ੁਰੂ ਕਰਨਾ ਵਾ ਜੀ। ਤੇ ਅਸੀਂ ਜੀ, ਸਵਾਲ ਮੇਰਾ ਪਹਿਲਾ ਹੈਗਾ ਜੀ, ਜਪ ਬਾਣੀ ਦੀ ਸ਼ੁਰੂਆਤ ਦੇ ਵਿੱਚ ਆਏ ਮੰਗਲ ਨੂੰ ਕਿੰਨੇ ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਰਤਿਆ ਜਾਂਦਾ ਆ, ਤੇ ਇਸ ਮੰਗਲ ਦਾ ਅਸਲ ਦੇ ਵਿੱਚ ਭਾਵ ਕੀ ਹੈ? ਇਹ ਆਪਣੇ ਪਰੰਪਰਾ ਇੱਕ ਪੁਰਾਤਨ ਸਮਿਆਂ ਤੋਂ ਸਾਰੀ ਦੁਨੀਆ ਦੇ ਵਿੱਚ ਹੀ ਲਗਭਗ ਕਿਸੇ ਨਾ ਕਿਸੇ ਰੂਪ 'ਚ ਚਲੀ ਆ ਰਹੀ ਹੈ ਕਿ ਆਪਣੀ ਰਚਨਾ ਤੋਂ ਪਹਿਲਾਂ ਕੋਈ ਕਿਸੇ ਵੱਡੇ ਵਡੇਰੇ ਦਾ ਜਾਂ ਆਪਣੇ ਮਨੌਤੀ ਦੇਵੀ ਦੇਵਤੇ ਦਾ ਜਾਂ ਪਰਮਾਤਮਾ ਦਾ ਉਹ ਕੋਈ ਧੰਨਵਾਦ ਕਰਦੇ ਨੇ, ਤੇ ਜਾਂ ਆਪਣੀ ਰਚਨਾ ਦੀ ਸੰਖੇਪ ਬਣਤਰ ਬਾਰੇ ਕਿ ਇਹਦੇ ਕੀ ਵਿਚਾਰ ਨੇ ਉਹ ਕੋਈ ਦੱਸਣ ਦਾ ਇੱਕ ਅੱਧੀ ਲਾਈਨ ਦੇ ਵਿੱਚ ਯਤਨ ਕਰਦੇ ਨੇ ਜੀ। ਤੇ ਭਾਰਤ ਦੇ ਵਿੱਚ ਵੀ ਇਸੇ ਤਰ੍ਹਾਂ ਇਹ ਜਿਹੜੀ ਪਰੰਪਰਾ ਸੀ ਇਹ ਚੱਲਦੀ ਆ ਰਹੀ ਸੀ, ਤੇ ਗੁਰੂ ਸਾਹਿਬਾਨ ਨੇ ਪਰੰਪਰਾ ਤੇ ਭਾਵੇਂ ਉਸ ਤਰ੍ਹਾਂ ਦੀ ਵਰਤ ਲਈ ਹੈ, ਪਰ ਵਿਚਾਰ ਬਿਲਕੁਲ ਵੱਖਰੇ ਨੇ, ਕਿਉਂਕਿ ਗੱਲ ਤਾਂ ਉਸੇ ਤਰੀਕੇ ਨਾਲ ਹੀ ਕਹਿਣੀ ਪਊਗੀ ਜਿਹੜੇ ਕਿ ਸਮਾਜ ਦੇ ਲੋਕ ਅੱਜ ਤੱਕ ਜਿਹਦੇ ਵਿੱਚ ਚੱਲ ਰਹੇ ਨੇ, ਤੇ ਜਿਹੜੀਆਂ ਗੱਲਾਂ ਉਹਨਾਂ ਦੇ ਮਨ 'ਚ ਬੈਠੀਆਂ ਹੋਈਆਂ ਨੇ, ਤੇ ਉਹਨਾਂ ਵਿਚਾਰਾਂ ਨੂੰ, ਉਹਨਾਂ ਢੰਗਾਂ ਨੂੰ, ਉਹਨਾਂ ਤਰੀਕਿਆਂ ਨੂੰ ਵਰਤ ਕੇ ਲੋਕਾਂ ਨੂੰ ਕੋਈ ਸਮਝਾਇਆ ਜਾ ਸਕਦਾ ਹੈ। ਤੇ ਨਵੀਂ ਜੇ ਗੱਲ ਬਿਲਕੁਲ ਹੋਵੇ, ਜਿਵੇਂ ਕੋਈ ਗੋਰਾ ਆ ਕੇ ਸਾਡੇ ਕੋਲੇ ਇੱਥੇ ਲੈਕਚਰ ਕਰੇ, ਤਾਂ ਸਾਨੂੰ ਕੁਛ ਵੀ ਸਮਝ ਨਹੀਂ ਆਵੇਗਾ। ਸੋ ਇੱਥੋਂ ਦੇ ਲੋਕਾਂ ਦੀ ਮਾਨਸਿਕ ਬਣਤਰ ਨੂੰ ਦੇਖ ਕੇ, ਸਭਿਅਤਾ ਨੂੰ, ਬੋਲੀ ਨੂੰ ਸਮਝ ਕੇ ਉਹਦੇ ਅਨੁਸਾਰ ਹੀ ਲੋਕਾਂ ਨੂੰ ਸਮਝਾਇਆ ਜਾ ਸਕਦਾ ਹੈ। ਤੇ ਗੁਰੂ ਸਾਹਿਬ ਨੇ ਇਸੇ ਕਰਕੇ ਆਪਣਾ ਜੋ ਰੱਬ, ਜੋ ਕੁਦਰਤ, ਜੋ ਉਹਨਾਂ ਦੀ ਬਾਣੀ ਕੀ ਕਹਿੰਦੀ ਹੈ, ਉਹਦੇ ਤੋਂ ਪਹਿਲਾਂ ਸੰਖੇਪ ਸਾਰ ਦੇ ਵਿੱਚ ਇਹ ਮੰਗਲਾਚਰਨ ਵਰਤਿਆ। ਇਹਦਾ ਕੁੱਲ 568 ਵਾਰੀ ਗੁਰਬਾਣੀ ਦੇ ਵਿੱਚ ਵਰਤੋਂ ਹੋਈ ਹੈ ਜੀ। ਤੇ ਇਹਨੂੰ ਆਪਾਂ ਜਿਹੜਾ ਮੁਕੰਮਲ ਮੰਗਲਾਚਰਨ ਹੈ ਪੂਰਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ 33 ਵਾਰ ਆਇਆ ਹੈ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਇਹ 8 ਵਾਰੀ ਆਇਆ ਹੈ। ਇੱਕ ਓਂਕਾਰ ਸਤਨਾਮ ਗੁਰ ਪ੍ਰਸਾਦ, ਇਹ 1 ਵਾਰੀ ਆਇਆ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਇਹ ਸਰੂਪ 525 ਵਾਰ ਆਇਆ ਹੈ। ਤੇ ਸਾਰੇ ਮੰਗਲਾਂ ਦਾ ਕੁੱਲ ਜੋੜ 568 ਬਣਦਾ ਹੈ। ਇੱਥੇ ਇੱਕ ਓਂਕਾਰ ਤੇ ਇੱਕੋ ਦੇ ਭਾਵ ਨੂੰ ਆਪਾਂ ਨੇ ਧਿਆਨ 'ਚ ਰੱਖਣਾ, ਉਹਦੇ ਤੇ ਆਪਾਂ ਨੇ ਕੁਝ ਟਾਈਮ ਜ਼ਰੂਰ ਲਾਉਣਾ। ਤੋ ਇਸ ਤਰ੍ਹਾਂ ਆਪਣੀ ਰਚਨਾ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕੋਈ ਸੰਖੇਪ ਭਾਵ ਗੁਰੂ ਸਾਹਿਬ ਨੇ ਦਿੱਤੇ ਨੇ, ਤਾਂ ਕਿ ਅਸੀਂ ਜੇ ਕਿਤੇ ਅੱਗੇ ਜਾ ਕੇ ਗਲਤਫਹਿਮੀ ਮਨ 'ਚ ਪੈਦਾ ਵੀ ਹੁੰਦੀ ਹੈ ਤਾਂ ਇਸ ਮੰਗਲਾਚਰਨ ਨੂੰ ਆਪਾਂ ਸਾਹਮਣੇ ਰੱਖੀਏ। ਮੰਗਲ ਦਾ ਮਾਇਨੇ ਹੁੰਦਾ ਹੈ ਖੁਸ਼ੀ ਦਾ ਕੋਈ ਸ਼ਬਦ, ਖੁਸ਼ੀ ਦਾ ਕੋਈ ਗੀਤ। ਜੀ ਜੀ ਬਾਪੂ ਜੀ, ਜਿਹੜਾ ਤੁਸੀਂ ਹੁਣੇ ਹੀ ਜ਼ਿਕਰ ਕੀਤਾ ਆ ਇੱਕੋ ਦਾ, ਤੇ ਸਾਡੇ ਆਮ ਤੌਰ ਦੇ ਉੱਤੇ ਇਸ ਸਟਰਕਚਰ ਨੂੰ, ਜੋ ਸ਼ੁਰੂਆਤ ਦਾ ਪਹਿਲਾ ਹੀ ਅੱਖਰ ਆ ਗੁਰੂ ਗ੍ਰੰਥ ਸਾਹਿਬ ਦਾ, ਉਹਨੂੰ ਇੱਕ ਓਂਕਾਰ ਕਰਕੇ ਪ੍ਰਚਾਰਿਆ ਜਾਂਦਾ ਆ। ਤੇ ਆਮ ਤੌਰ ਤੇ ਜਿਹੜਾ ਪੂਰੇ ਦਾ ਪੂਰਾ ਹੀ ਧਾਰਮਿਕ ਸਮਾਜ, ਸਾਡਾ ਸਿੱਖ ਸਮਾਜ, ਜਿਹੜਾ ਇਸੇ ਸਟਰਕਚਰ ਤੋਂ, ਇਸੇ ਉਚਾਰਨ ਤੋਂ ਬੋਲਦਾ ਆ। ਤੇ ਵੱਖੋ ਵੱਖਰੇ ਤਰੀਕੇ ਦੇ ਨਾਲ ਜਿਹੜੇ ਇਹਦੇ ਅਰਥ ਕੀਤੇ ਜਾਂਦੇ ਆ, ਕੋਈ 3 ਭਾਗਾਂ ਦੇ ਵਿੱਚ ਵੰਡ ਲੈਂਦਾ, ਕੋਈ ਕਿਵੇਂ ਤੇ ਕੋਈ ਕਿਵੇਂ। ਅਸਲ ਦੇ ਵਿੱਚ ਬਾਪੂ ਜੀ ਜਿਹੜਾ ਇੱਕੋ ਆ, ਤੇ ਉਹਦਾ ਉਚਾਰਨ ਕੀ ਹੈ ਤੇ ਇਹਦਾ ਭਾਵ ਕੀ ਹੈ, ਤੇ ਮੇਨ ਸਟਰਕਚਰ ਨੂੰ ਜਿਹੜਾ ਹੈਗਾ ਉਹਦੇ ਅਰਥ ਆ ਜਿਹੜੇ ਵੱਖੋ ਵੱਖਰੇ ਤਰੀਕੇ ਦੇ ਨਾਲ ਕਿਉਂ ਕੀਤੇ ਜਾਂਦੇ ਆ ਜੀ? ਅੱਜ ਤੱਕ ਜਦੋਂ ਤੋਂ ਮਨੁੱਖ ਦੀ ਸਮਝ ਨੇ ਥੋੜਾ ਥੋੜਾ ਵਿਕਸਿਤ ਹੋਣਾ ਸ਼ੁਰੂ ਕੀਤਾ, ਉਦੋਂ ਉਹਦਾ ਆਲੇ ਦੁਆਲੇ ਵੇਖ ਕੇ ਇਉਂ ਲੱਗਦਾ ਸੀ ਕਿ ਇਹ ਜਿਹੜਾ ਸਾਰਾ ਕੁਝ ਹਨੇਰੀ, ਮੀਂਹ, ਤੂਫਾਨ, ਗੜੇ ਪੈਣੇ ਜਾਂ ਹੋਰ ਬਿਮਾਰੀਆਂ, ਮੁਸੀਬਤਾਂ ਆਉਣੀਆਂ, ਵੀ ਇਹਦੇ ਪਿੱਛੇ ਕੀ ਚੀਜ਼ ਹੈ, ਕੀ ਹੋ ਸਕਦਾ ਹੈ ਜਿਹੜਾ ਸਾਨੂੰ ਖੁਸ਼ੀ ਦਿੰਦਾ ਹੈ ਜਾਂ ਸਾਨੂੰ ਦੁੱਖ ਦਿੰਦਾ ਹੈ, ਇਹ ਕੌਣ ਹੈ, ਕਿੱਥੇ ਹੈ। ਤਾਂ ਵਿੱਚੋਂ ਕੁਝ ਜਿਹੜੇ ਆਪਣੇ ਆਪ ਨੂੰ ਥੋੜੇ ਬਹੁਤੇ ਸਮਝਦੇ ਸੀ ਬੰਦੇ, ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹਦੇ ਪਿੱਛੇ ਕੋਈ ਵੱਡੀ ਤਾਕਤ ਹੈ,
ਤੇ ਇਸ ਤਰ੍ਹਾਂ ਫਿਰ ਉਹ ਤਾਕਤ ਕਿਹੋ ਜਿਹੀ ਹੁੰਦੀ ਹੈ, ਸਵਾਲ ਖੜੇ ਹੋਣੇ ਸ਼ੁਰੂ ਹੋ ਗਏ। ਤੇ ਫਿਰ ਆਪੋ ਆਪਣੇ ਦੇਸ਼ਾਂ ਦੀਆਂ ਰਵਾਇਤਾਂ ਅਨੁਸਾਰ ਆਪੋ ਆਪਣੇ ਕਿਸੇ ਦੇਵਤੇ ਦਾ, ਕਿਸੇ ਸ਼ਕਤੀ ਦਾ ਜਿਹੜਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਇਸ ਤਰ੍ਹਾਂ ਦਾ ਹੋ ਸਕਦਾ ਹੈ, ਆਪਣਾ ਦੇਵਤਾ ਸੀ ਉਹ ਕਿਤੇ ਪ੍ਰਗਟ ਹੋ ਸਕਦਾ ਹੈ, ਉਹਨੇ ਨਾ ਇਹ ਕੀਤਾ ਹੋਵੇ। ਤੋ ਇਸ ਤਰ੍ਹਾਂ ਦੇਵਤੇ ਬਣਨੇ ਸ਼ੁਰੂ ਹੋ ਗਏ ਤੇ ਹੌਲੀ ਹੌਲੀ ਫਿਰ ਦੇਵਤਿਆਂ ਦੀਆਂ ਮੂਰਤੀਆਂ ਵੀ ਸਾਹਮਣੇ ਆ ਗਈਆਂ ਤੇ ਸਮਾਂ ਪਾ ਕੇ ਤਾਂ ਦੇਵਤੇ ਬੰਦਿਆਂ ਦੇ ਰੂਪ ਵਿੱਚ ਵੀ, ਪਸ਼ੂਆਂ ਦੇ ਰੂਪ ਵਿੱਚ ਵੀ ਪੁਜਾਰੀਆਂ ਨੇ ਪ੍ਰਗਟ ਕਰਨੇ ਸ਼ੁਰੂ ਕਰ ਦਿੱਤੇ ਕਿ ਇਸ ਤਰ੍ਹਾਂ ਰੱਬ ਧਰਤੀ ਤੇ ਆਉਂਦਾ ਹੈ, ਉਹਦੀ ਫਿਰ ਪੂਜਾ ਕਰੋ ਤੇ ਪੂਜਾ ਕਰਕੇ ਤੁਸੀਂ ਉਹਨੂੰ ਖੁਸ਼ ਕਰੋ ਤੇ ਫਿਰ ਤੁਸੀਂ ਇਹਨਾਂ ਮੁਸੀਬਤਾਂ ਤੋਂ ਬਚ ਸਕਦੇ ਹੋ। ਲੋਕਾਂ ਦੇ ਕੋਲੇ ਸਮਝ ਹੈ ਨਹੀਂ ਸੀ, ਵਿੱਦਿਆ ਹੈ ਨਹੀਂ ਸੀ, ਤਾਂ ਜਿਹੜੇ ਚਲਾਕ ਲੋਕਾਂ ਨੇ ਆਪਣੀ ਅਕਲ ਅਨੁਸਾਰ ਜਾਂ ਆਪਣੀਆਂ ਗਰਜਾਂ ਲੋੜਾਂ ਪੂਰੀਆਂ ਕਰਨ ਵਾਸਤੇ ਜਿਵੇਂ ਲੋਕਾਂ ਦੇ ਵਿੱਚ ਕੁਝ ਪ੍ਰਚਾਰ ਕੀਤਾ, ਉਹਨਾਂ ਵਿਚਾਰੇ ਭੋਲਿਆਂ ਨੇ ਉਸ ਤਰ੍ਹਾਂ ਮੰਨਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਹੌਲੀ ਹੌਲੀ ਇਹ ਰੱਬ ਦਾ ਸੰਕਲਪ ਜਾਂ ਦੇਵਤੇ ਦਾ ਸੰਕਲਪ ਲੋਕਾਂ ਦੇ ਮਨਾਂ 'ਚ ਪੈਦਾ ਹੁੰਦਾ ਗਿਆ ਤੇ ਉਹਦੀਆਂ ਆਪ ਤਜਰਬਾ ਕਰਕੇ ਵੇਖ ਲਓ, ਸਾਰੀ ਦੁਨੀਆ ਦੇ ਵਿੱਚ ਰੱਬ ਦੀਆਂ ਜਿਹੜੀਆਂ ਮੂਰਤੀਆਂ ਆਦਿਕ ਨੇ, ਉਹਨਾਂ ਦੀਆਂ ਜਿਹੜੀਆਂ ਸ਼ਕਲਾਂ ਸੂਰਤਾਂ ਨੇ ਉਹ ਬਿਲਕੁਲ ਅਲੱਗ-ਅਲੱਗ ਨੇ ਤੇ ਰੱਬ ਦੇ ਸਰੀਰ ਨੇ ਅਲੱਗ-ਅਲੱਗ ਨੇ। ਰੱਬ ਦੇ ਜਿਹੜੇ ਕੰਮ ਨੇ ਉਹ ਅੱਡੋ-ਅੱਡ ਤਰ੍ਹਾਂ ਦੇ ਨੇ। ਰੱਬ ਨੂੰ ਖੁਸ਼ ਕਰਨ ਦੇ ਤੌਰ ਤਰੀਕੇ ਵੀ ਸਾਰੀ ਦੁਨੀਆ ਦੇ ਅੱਡੋ-ਅੱਡ ਨੇ। ਉਹਨਾਂ ਦੇ ਖਾਣ ਪੀਣ ਵਾਸਤੇ ਜੋ ਭੇਟਾ ਕੀਤਾ ਜਾਂਦਾ ਉਹ ਵੀ ਅਲੱਗ-ਅਲੱਗ ਹੈ। ਇਹਦਾ ਮਤਲਬ ਹੈ ਇਹ ਆਪੋ ਆਪਣੀ ਸਭਿਅਤਾ ਦੇ ਅਨੁਸਾਰ ਰੱਬ ਹੌਲੀ ਹੌਲੀ ਵਿਕਸਿਤ ਹੋਇਆ, ਬੰਦਿਆਂ ਨੇ ਵਿਕਸਿਤ ਕੀਤਾ ਤੇ ਉਹ ਫਿਰ ਸਾਡੇ ਮਨ ਦੇ ਉੱਤੇ ਹਾਵੀ ਹੋ ਗਿਆ। ਤੇ ਗੁਰੂ ਨਾਨਕ ਸਾਹਿਬ ਨੇ ਇਸ ਸਾਰੇ ਚੱਕਰ ਵਿਊਹ ਤੋਂ ਕੱਢਣ ਵਾਸਤੇ ਇੱਕ ਮਹਾਨ ਹਸਤੀ, ਮਹਾਨ ਸ਼ਕਤੀ ਇੱਕੋ ਕਹਿ ਕੇ ਇਹਨਾਂ ਦਾ ਮਾਨੋ ਇੱਕ ਭੋਗ ਪਾ ਦਿੱਤਾ। ਇਹ ਵੱਖਰੀ ਗੱਲ ਹੈ ਕਿ ਅਸੀਂ ਇਹਨੂੰ ਪੂਰੀ ਤਰ੍ਹਾਂ ਆਪਣੇ ਮਨ ਦੇ ਉੱਤੋਂ ਹਲੇ ਉਤਾਰ ਨਹੀਂ ਸਕੇ। ਇੱਕ ਓਂਕਾਰ ਕਹਿਣਾ ਜਾਂ ਦੇਵੀ ਦੇਵਤਿਆਂ ਨੂੰ ਕਹਿਣਾ ਜਾਂ ਅਸੀਮ ਸ਼ਕਤੀਆਂ ਕਹਿਣਾ, ਇਹ ਬਹੁਤ ਕੁਝ ਆਪਾਂ ਹਲੇ ਕਰੀ ਜਾਂਦੇ ਹਾਂ, ਕਿਉਂਕਿ ਗੁਰਬਾਣੀ 'ਚ ਵੀ ਜਿਹੜੇ ਅਰਥ ਅੱਜ ਤੱਕ ਹੋਏ ਨੇ ਉਹਨਾਂ ਦੇ ਵਿੱਚ ਵੀ ਆਪਸ ਮਤਭੇਦ ਨੇ। ਆਪਾਂ ਅੱਗੇ ਉਹਦੀ ਵਿਚਾਰ ਕਰਦੇ ਹਾਂ। ਤੇ ਗੁਰੂ ਨਾਨਕ ਸਾਹਿਬ ਨੇ ਇੱਕੋ ਕਹਿ ਕੇ, ਜਾਣੀ ਕਿ ਏਕਾ ਹਿੰਦਸਿਆਂ ਦੇ ਵਿੱਚੋਂ ਚੁਣ ਕੇ ਊੜੇ ਖੁੱਲੇ ਮੂੰਹ ਵਾਲੇ ਦੇ ਅੱਗੇ ਲਾ ਕੇ ਇਹ ਕਹਿ ਦਿੱਤਾ ਕਿ ਭਾਈ ਇੱਕ ਕੋਈ ਮਹਾਨ ਹਸਤੀ ਹੈ ਤੇ ਉਹ ਮਹਾਨ ਹਸਤੀ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਉਹਨੂੰ ਅਸੀਂ ਬਣਾ ਨਹੀਂ ਸਕਦੇ, ਅਸੀਂ ਉਹਨੂੰ ਮਿਟਾ ਨਹੀਂ ਸਕਦੇ। ਉਹ ਸਿਰਫ ਤੇ ਸਿਰਫ ਇੱਕ ਹੈ। ਅਸੀਂ ਵੀ ਉਸ ਮਹਾਨ ਹਸਤੀ ਦਾ ਇੱਕ ਮਾਮੂਲੀ ਜਿਹਾ ਹਿੱਸਾ ਹਾਂ। ਤੇ ਇਹ ਊੜਾ ਖੁੱਲੇ ਮੂੰਹ ਵਾਲਾ ਉਹ ਤੋਂ ਭਾਵ ਹੈ, ਊੜਾ ਅੱਖਰਾਂ ਦੇ ਵਿੱਚੋਂ ਲਿਆ ਗਿਆ, ਜਿਹੜੇ 35 ਅੱਖਰ ਨੇ ਆਪਣੇ ਵਰਣਮਾਲਾ ਦੇ, ਤੇ ਏਕਾ ਹਿੰਦਸਿਆਂ ਚੋਂ ਲਿਆ। ਬਾਕੀ ਕਿਤੇ ਵੀ ਹੋਰ ਇਸ ਤਰ੍ਹਾਂ ਦੀ ਲਿਖਤ ਰੱਬ ਬਾਰੇ ਜਾਂ ਕੁਦਰਤ ਬਾਰੇ ਕਿਤੇ ਨਹੀਂ ਮਿਲਦੀ ਦੁਨੀਆ ਦੇ ਵਿੱਚ। ਗੁਰੂ ਨਾਨਕ ਸਾਹਿਬ ਨੇ ਇੱਥੋਂ ਦੇ ਭਰਮ ਜਾਲ ਨੂੰ ਤੋੜਨ ਵਾਸਤੇ ਪਹਿਲਾਂ ਏਕਾ ਲਾ ਦਿੱਤਾ ਤੇ ਊੜਾ ਖੁੱਲੇ ਮੂੰਹ ਵਾਲਾ ਲਾ ਦਿੱਤਾ। ਤੇ ਇਹਨੂੰ ਆਪਾਂ ਉਚਾਰਨ ਕਰਨਾ ਅੱਜ, ਜੇ ਆਪਾਂ ਨੂੰ ਸਮਝ ਆ ਜਾਵੇ ਤਾਂ, ਕਿ ਸਭ ਕੁਛ ਇੱਕੋ ਹੈ। ਜੀ ਹਾਂਜੀ ਬਾਪੂ ਜੀ, ਬਿਲਕੁਲ ਜੀ। ਜਿਹੜਾ ਸਾਡਾ ਮੇਨ ਸਟਰਕਚਰ ਜਿਹੜਾ ਹੋਣਾ ਚਾਹੀਦਾ ਸੀ ਅਸਲ ਦੇ ਵਿੱਚ ਬਾਬੇ ਨਾਨਕ ਦੀ ਵਿਚਾਰਧਾਰਾ ਦੇ ਅਕੋਰਡਿੰਗ, ਤਾਂ ਉਹ ਸਾਡਾ ਇੱਕੋ ਦਾ ਹੀ ਫਲਸਫਾ ਹੋਣਾ ਚਾਹੀਦਾ ਸੀ ਕਿ ਅਸੀਂ ਸਾਰੇ ਹੀ ਉਸ ਇੱਕ ਦਾ ਹਿੱਸਾ, ਭਾਵ ਇੱਕ ਹੀ ਪਸਾਰਾ ਆ ਸਾਰੇ ਪਾਸੇ ਜੋ ਕੁਝ ਵੀ ਹੈਗਾ ਆ। ਤੇ ਸਾਡੇ ਆਮ ਤੌਰ ਤੇ ਇਹਨੂੰ ਇੱਕ ਵੱਖਰਾ ਜਿਹਾ, ਜਿਵੇਂ ਆਮ ਤੌਰ ਤੇ ਤੁਸੀਂ ਗੱਲ ਜ਼ਿਕਰ ਕਰ ਚੁੱਕੇ ਹੋ, ਜਿਹੜੇ ਸਾਡਾ ਸਟਰਕਚਰ ਜਿਵੇਂ ਬਣਾਇਆ ਜਾਂਦਾ, ਇੱਕ ਫਿਰ ਉਹਨੂੰ ਜੋੜ ਲਾ ਦਿੰਦੇ ਆ ਓਮ, ਊੜੇ ਦਾ ਜਿਹੜਾ ਮੂੰਹ ਖੁੱਲਾ ਕਰਕੇ, ਫਿਰ ਉਹ ਤੋਂ ਬਾਅਦ ਜਿਹੜੀ ਕਾਰ ਨੂੰ ਵੱਖਰਾ, ਜਿਹੜਾ ਹੋੜੇ ਦਾ ਮੂੰਹ ਖੁੱਲਾ ਆ, ਊੜੇ ਦਾ ਜਿਹੜਾ, ਉਹਨੂੰ ਇੱਕ ਵੱਖਰਾ ਕਰਕੇ ਕਾਰ ਕਰਕੇ ਦਰਸਾ ਦਿੱਤਾ ਜਾਂਦਾ ਕਿ ਜੀ ਪਰਮਾਤਮਾ ਇੱਕ ਹੈ ਤੇ ਉਹ ਸਰਬ ਵਿਆਪਕ ਹੈ। ਤੇ ਇਸ ਤਰੀਕੇ ਦੇ ਨਾਲ ਪਰਮਾਤਮਾ ਜਿਹੜਾ ਰੱਬ ਆ ਜਿਹੜਾ, ਉਹ ਇੱਕ ਵੱਖਰਾ ਜਿਹਾ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ, ਜਿਵੇਂ ਆਮ ਸਮਾਜ ਦੇ ਵਿੱਚ, ਆਮ ਤਾਂ ਬਾਕੀ ਦੇ ਮਜ਼ਹਬਾਂ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਜੀ। ਹਾਂਜੀ ਬਾਪੂ ਜੀ, ਮੇਰਾ ਅਗਲਾ ਸਵਾਲ ਹੈ ਜੀ ਕਿ ਪੂਰਾ ਮੰਗਲ ਹੈ ਜਿਹੜਾ ਜੀ, ਤੇ ਇਸ ਪੂਰੇ ਮੰਗਲ ਦੇ ਵਿੱਚੋਂ ਸਾਨੂੰ ਕੀ ਕੁਝ ਸਿੱਖਣ ਨੂੰ ਮਿਲਦਾ ਆ, ਤੇ ਪੂਰੇ ਮੰਗਲ ਦੇ ਅਰਥ ਕੀ ਨੇ, ਤੇ ਇਹ ਸਾਡੇ ਸਰੋਤਿਆਂ ਦੇ ਨਾਲ ਜ਼ਰੂਰ ਸਾਂਝ ਪਾ ਦਿਓ ਬਾਪੂ ਜੀ। ਇੱਥੇ ਪਹਿਲੀ ਗੱਲ ਤਾਂ ਇੱਕ ਪ੍ਰਿਥੀ ਚੰਦ ਦੇ ਖਾਨਦਾਨ ਦੇ ਵਿੱਚੋਂ ਇਹਦਾ ਸ਼ਾਇਦ ਪੋਤਾ ਸੀ ਹਰਜੀ। ਪਹਿਲੀ ਵਾਰੀ ਅਰਥ ਉਸ ਹਰਜੀ ਨੇ ਕਰਨ ਦਾ ਯਤਨ ਕੀਤਾ ਹੈ। ਜਿਹੜਾ ਮੰਗਲਾਚਰਨ ਹੈ ਇਹਦੇ ਅਰਥ ਉਹ ਭਲਾ ਲੋਕ ਛੱਡ ਹੀ ਗਿਆ, ਕਿਉਂਕਿ ਇਹਨੂੰ ਹੱਥ ਪਾਉਣਾ ਜਾਂ ਤਾਂ ਇਹਦੇ ਨਾਲ ਵਧੀਕੀ ਜਾਤੀ ਕਰਨੀ ਪਊਗੀ, ਤੇ ਜੇ ਸਹੀ ਅਰਥ ਕਰਾਂਗੇ ਤਾਂ ਫਿਰ ਸਾਰੇ ਜਿਹੜਾ ਕੂੜ ਪਸਾਰਾ ਪਸਰਿਆ ਹੋਇਆ ਹੈ ਅਵਤਾਰਵਾਦ ਦਾ, ਉਹਨੂੰ ਸਾਰੇ ਨੂੰ
ਖਤਮ ਕਰਨਾ ਪਵੇਗਾ, ਕਿਉਂਕਿ ਇੱਕੋ ਹੈ ਜਿਹੜਾ ਇਹ ਉਸ ਪਾਸੇ ਹੀ ਸਾਨੂੰ ਤੋਰਦਾ ਹੈ। ਜੀ ਤੇ ਉਹਨੇ ਜਦੋਂ ਅਰਥ ਕੀਤੇ ਨੇ, ਉਹਨੇ ਇੱਕੋ ਦੇ ਅਰਥ ਹੀ ਛੱਡ ਦਿੱਤੇ ਤੇ ਉਹਨੇ ਸਤਨਾਮ ਤੋਂ ਸ਼ੁਰੂ ਕਰ ਦਿੱਤੇ ਆਪਣੇ ਵੱਲੋਂ ਜਿਹੇ ਜਿਹੇ ਉਹਨੂੰ ਕਰਨੇ ਆਏ। ਵਾਹ ਜੀ ਵਾਹ। ਤਾਂ ਇਸੇ ਤਰ੍ਹਾਂ ਉਸ ਤੋਂ ਬਾਅਦ ਉਹ ਕਾਫੀ ਦੇਰ ਤੱਕ ਚੱਲਦੇ ਰਹੇ। ਫਿਰ ਸਨ 1842 ਦੇ ਵਿੱਚ ਇੱਕ ਸਾਧ ਮੂਲਾ ਰਾਮ ਸੀ, ਇਹਨੇ ਜਪਜੀ ਸਾਹਿਬ ਦਾ ਟੀਕਾ ਕੀਤਾ। ਇਹਨੇ ਵੀ ਜਿਹੜਾ ਓੰਕਾਰ ਕਰਕੇ ਇਹਦਾ ਬ੍ਰਹਮਾ ਵਿਸ਼ਨੂੰ ਸ਼ਿਵਜੀ ਆਦਿਕ ਸਾਰੇ ਅਰਥ ਇਹਦੇ ਕੀਤੇ ਨੇ, ਪਰ ਫਿਰ ਵੀ ਇੱਕੋ ਦੇ ਅਰਥ ਕਰਨੇ ਇਹ ਛੱਡ ਹੀ ਗਿਆ, ਪਾਸੇ ਕਰ ਦਿੱਤੇ ਵੀ ਇਹਦੇ ਤਾਂ ਬਲਾ ਹੀ ਗਲ ਪਵਾ ਲਈ ਹੈ, ਇਉਂ ਲੱਗਣ ਲੱਗ ਪਿਆ ਇਹਨੂੰ। ਜੀ ਇਸੇ ਤਰ੍ਹਾਂ 1874 ਦੇ ਵਿੱਚ ਸਰਦਾਰ ਅਤਰ ਸਿੰਘ ਭਦੌੜ ਵਾਲੇ ਨੇ ਜਪਜੀ ਦਾ ਅਰਥਾਂ ਬਾਬਤ ਉਰਦੂ ਵਿੱਚ ਟੀਕਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹ ਵੀ ਇੱਕੋ ਨੂੰ ਲਾਂਭੇ ਛੱਡ ਕੇ ਸਤਨਾਮ ਤੋਂ ਸ਼ੁਰੂ ਕੀਤਾ। ਇੱਕੋ ਤੋਂ ਸਾਰੇ ਭਜਦੇ ਨੇ, ਸਾਰੇ ਡਰਦੇ ਰਹੇ ਨੇ ਜੀ। ਇਸੇ ਤਰ੍ਹਾਂ ਫਿਰ 1876 ਦੇ ਵਿੱਚ ਬਿਹਾਰੀ ਲਾਲ ਨੇ ਜਪ ਪਰਮਾਰਥ ਟੀਕਾ ਕੀਤਾ ਤੇ ਇਹ ਵੀ ਇੱਕੋ ਦੇ ਅਰਥ ਕਰਨੋਂ ਕੰਬਣ ਲੱਗ ਪਿਆ ਤੇ ਇੱਕੋ ਦੇ ਅਰਥ ਨੇ ਕੀਤੇ ਨਹੀਂ, ਸਤਨਾਮ ਤੋਂ ਹੀ ਸ਼ੁਰੂ ਕੀਤਾ। ਫਿਰ ਇਸੇ ਤਰ੍ਹਾਂ 1877 ਵਿੱਚ ਇੱਕ ਯੂਰਪੀਅਨ ਵਿਦਵਾਨ ਡਾਕਟਰ ਟਰੰਪ ਨੇ ਜਪਜੀ ਦਾ ਇੰਗਲਿਸ਼ ਵਿੱਚ ਟੀਕਾ ਕੀਤਾ। ਜੋ ਟੀਕੇ ਪਹਿਲਾਂ ਹੋ ਚੁੱਕੇ ਸਨ ਉਹਨਾਂ ਤੋਂ ਹੀ ਸੇਧ ਪ੍ਰਾਪਤ ਕਰਦਿਆਂ, ਪਹਿਲੇ ਲਿਖਾਰੀਆਂ ਦੇ ਨਾਲ ਕਦਮ ਮਿਲਾ ਕੇ ਚੱਲਦਿਆਂ ਇਸ ਨੇ ਵੀ ਟੀਕਾ ਸਤਨਾਮ ਤੋਂ ਹੀ ਆਰੰਭਿਆ ਤੇ ਬਾਕੀ ਪਹਿਲਾਂ ਵਾਲਾ ਜਿਹੜਾ ਇੱਕੋ ਸੀ ਉਹਨੂੰ ਇਹ ਵੀ ਛੱਡ ਗਿਆ। ਤੇ ਫਿਰ ਸਨ 1885 ਵਿੱਚ ਸਿੱਖ ਰਾਜਿਆਂ ਵੱਲੋਂ ਮਾਇਆ ਪਾ ਕੇ ਇੱਕ ਵੱਡੇ ਵਿਦਵਾਨ ਪੰਡਤਾਂ ਦੀ ਕਮੇਟੀ ਬਣਾਈ ਫਰੀਦਕੋਟ ਵਿਖੇ, ਜੋ ਪੰਡਤ ਮਦਨ ਸਿੰਘ ਦੀ ਰਹਿਨੁਮਾਈ ਵਿੱਚ ਸਮੁੱਚੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਤਿਆਰ ਕਰਨ ਲੱਗੀ। ਕਪੂਰਥਲੇ ਵਾਲੇ ਕਾਮਰ ਬਿਕਰਮ ਸਿੰਘ ਦੀ ਸਿਫਾਰਿਸ਼ ਅਤੇ ਸਹਿਯੋਗ ਸਦਕਾ ਇਨਕਲਾਬੀ ਵਿਦਵਾਨ ਪ੍ਰੋਫੈਸਰ ਗੁਰਮੁਖ ਸਿੰਘ ਜੀ ਵੀ ਇਹਨਾਂ ਵਿਦਵਾਨਾਂ ਦੀਆਂ ਗੋਸ਼ਟੀਆਂ ਵਿੱਚ ਸ਼ਾਮਲ ਹੋਣ ਲੱਗੇ। ਪਰ ਕੁਝ ਹੀ ਦਿਨਾਂ ਦੇ ਅੰਦਰ ਵਿਗਿਆਨਕ ਨਜ਼ਰੀਏ ਨਾਲ ਪਰਖਣ ਦੇ ਆਦੀ ਗੁਰਮੁਖ ਸਿੰਘ ਨੇ ਇਹਨਾਂ ਦੀ ਸਾਰੀ ਕਾਰਗੁਜ਼ਾਰੀ ਪਰਖ ਲਈ ਅਤੇ ਇਸ ਵਿਦਵਾਨ ਮੰਡਲੀ ਵਿੱਚੋਂ ਆਪ ਬਾਹਰ ਹੋ ਗਏ ਤੇ ਬ੍ਰਾਹਮਣ ਵਿਦਵਾਨਾਂ ਵੱਲੋਂ ਸਿੱਖਾਂ ਨੂੰ ਮੂਰਖ ਬਣਾਇਆ ਗਿਆ। ਇਸ ਫਰੀਦਕੋਟ ਟੀਕੇ ਦੀ ਬੋਲੀ ਵੀ ਹਮਕੋ ਤੁਮਕੋ ਵਾਲੀ ਹੈ। ਇਸ ਟੀਕੇ ਵਿੱਚ ਹਿੰਦੂ ਮਨੌਤਾਂ, ਦੇਵੀ ਦੇਵਤਿਆਂ, ਪੁਰਾਣ ਕਥਾਵਾਂ ਦੀ ਭਰਮਾਰ ਹੈ। ਮੰਗਲਾਚਰਨ ਦੇ ਅਰਥ ਕਰਦਿਆਂ ਇਹਨਾਂ ਨੇ ਕਈ ਪੱਤਰੇ ਕਾਲੇ ਕੀਤੇ ਪਏ ਨੇ, ਪਰ ਕਿਸੇ ਕਿਨਾਰੇ ਗੱਲ ਨਹੀਂ ਲੱਗੀ। ਇੱਥੋਂ ਤੱਕ ਕਿ 1899 ਦੇ ਵਿੱਚ ਆਨੰਦ ਘਣ ਨੇ ਇੱਕ ਜਪਜੀ ਦਾ ਟੀਕਾ ਕੀਤਾ। ਉਸਨੇ ਤਾਂ ਸਮਝ ਲਓ ਸ਼ਰਮ ਹਿਆ ਹੀ ਲਾ ਦਿੱਤੀ। ਸਿੱਖ ਵਿਦਵਾਨਾਂ ਨੇ ਉਸ ਨੂੰ ਵਕਤ ਸਿਰ ਖਰੀਆਂ ਵੀ ਨਹੀਂ ਸੁਣਾਈਆਂ। ਉਹ ਭਲਾ ਮਾਨਸ ਇੱਕੋ ਦੇ ਅਰਥ ਕਰਨ ਵਿੱਚ ਸਭ ਨੂੰ ਪਿੱਛੇ ਛੱਡ ਗਿਆ। ਉਹਨੇ ਤਾਂ ਇਹ ਵੀ ਲਿਖ ਦਿੱਤਾ, ਕਹਿੰਦਾ ਓਮ ਸ੍ਰੀ ਗਣੇਸ਼ੇ ਨਮੈ, ਉਹਨੇ ਇਹ ਵੀ ਲਿਖ ਦਿੱਤਾ। ਵਾਹ ਜੀ। ਤੇ ਹੁਣ ਤੱਕ ਤਕਰੀਬਨ 150 ਟੀਕੇ ਹੋ ਚੁੱਕੇ ਨੇ ਜਪਜੀ ਸਾਹਿਬ ਦੇ, ਤੇ ਸਾਰਿਆਂ ਦਾ ਸੁਭਾਅ ਹੈ, ਸਾਰਿਆਂ ਦੇ ਅਰਥ ਨੇ, ਵਿਚਾਰਧਾਰਾ ਹੈ, ਆਪਸ ਦੇ ਵਿੱਚ ਮੇਲ ਨਹੀਂ ਖਾਂਦੀ। ਇਹ ਤਾਂ ਸ਼ੁਕਰ ਹੈ ਬਹੁਤ ਹੱਦ ਤੱਕ ਪ੍ਰੋਫੈਸਰ ਸਾਹਿਬ ਸਿੰਘ ਨੇ ਇਹਨੂੰ ਮੋੜਨ ਦਾ ਯਤਨ ਕੀਤਾ, ਪਰ ਇੱਕੋ ਵਾਰੇ ਪ੍ਰੋਫੈਸਰ ਸਾਹਿਬ ਸਿੰਘ ਦੀ ਇੱਕ ਓਂਕਾਰ ਹੀ ਇਹਦੇ ਅਰਥ ਕਰ ਗਿਆ ਤੇ ਕਾਰ ਸ਼ਬਦ ਨੂੰ ਪਿਛੇਤਰ ਦਾ ਹਿੱਸਾ ਕਹਿ ਗਿਆ। ਪਰ ਅਸਲ ਦੇ ਵਿੱਚ ਗੱਲ ਇਹ ਸੀ, ਉਦੋਂ ਹੱਥ ਲਿਖਤਾਂ ਸੀ, ਅੱਜ ਵਾਂਗੂ ਮਸ਼ੀਨਾਂ ਛਾਪੇ ਵਾਲੀਆਂ ਨਹੀਂ ਸੀ, ਕਿਉਂਕਿ ਹੁਣ ਤਾਂ ਅੱਖਰ ਸਾਰੇ ਇਕਸਾਰ ਨੇ। ਜਿਹੜੀ ਵੀ ਮਸ਼ੀਨ ਛਾਪਦੀ ਹੈ ਲਗਭਗ ਇੱਕੋ ਜਿਹੇ ਅੱਖਰ ਛਪਦੇ ਨੇ ਛਾਪੇਖਾਨੇ 'ਚ, ਪਰ ਲਿਖਾਈ ਸਾਰਿਆਂ ਦੀ ਜੇ ਹੱਥ ਨਾਲ ਲਿਖੀਏ ਤਾਂ ਅੱਡੋ ਅੱਡ ਤਰ੍ਹਾਂ ਦੀ ਹੁੰਦੀ ਹੈ ਤੇ ਕਈ ਵਾਰੀ ਸੋਹਣੇ ਅੱਖਰ ਸਟਾਈਲ ਬਣਾ ਕੇ ਲਿਖ ਲਏ ਜਾਂਦੇ ਨੇ। ਇਸੇ ਤਰ੍ਹਾਂ ਇਹ ਜਿਹੜੇ ਅੱਖਰ ਜਿਵੇਂ ਗੁਰਬਾਣੀ ਦੇ ਬਾਕੀ ਸਾਰੇ ਅੱਖਰਾਂ ਦੇ ਵਿੱਚ ਹੱਥ ਲਿਖਤਾਂ ਵੱਖੋ ਵੱਖਰੀਆਂ ਨੇ, ਉੱਥੇ ਲਿਖਣ ਦਾ ਸਟਾਈਲ ਸੋਹਣਾ ਬਣਾਉਣ ਵਾਸਤੇ ਇਹ ਇੱਕੋ ਦਾ ਊੜਾ ਖੁੱਲੇ ਮੂੰਹ ਵਾਲਾ ਜਿਹੜਾ ਇਹਦੇ ਤਰ੍ਹਾਂ ਤਰ੍ਹਾਂ ਦੇ ਸਟਾਈਲ ਲਿਖਾਰੀਆਂ ਨੇ, ਉਤਾਰਾ ਕਰਨ ਵਾਲਿਆਂ ਨੇ ਬਣਾ ਲਏ ਤੇ ਸਾਨੂੰ ਭੁਲੇਖਾ ਪੈ ਗਿਆ ਇਹ ਓੰਕਾਰ ਹੈ, ਇਹ ਪਸਾਰਾ ਪਸਰਿਆ ਹੋਇਆ ਹੈ, ਇਹ ਪਿਛੇਤਰ ਵਿੱਚ ਹੈ। ਅਸਲ 'ਚ ਇਹਦਾ ਉਚਾਰਨ ਸੀ ਇੱਕੋ, ਊੜਾ ਖੁੱਲੇ ਮੂੰਹ ਵਾਲਾ, ਪਰ ਇਹ ਕਾਰ ਲਿਖਾਰੀਆਂ ਦੇ ਸਟਾਈਲ ਬਣਾਉਣ ਦੇ ਕਾਰਨ ਅਰਥ ਕਰਨ ਵਾਲਿਆਂ ਦੇ ਸਮਝ ਦੇ ਵਿੱਚ ਨਾ ਆਇਆ ਤੇ ਇਸ ਕਰਕੇ ਇਹਦੇ ਅਰਥ ਹੋਰ ਹੁੰਦੇ ਗਏ, ਜਿਹੜੇ ਅੱਜ ਸਾਡੇ ਆਲੇ ਦੁਆਲੇ ਦੇਖਦੇ ਆ, ਸਾਡੇ ਦਿਮਾਗ 'ਚ ਪਾ ਦਿੱਤੇ ਗਏ ਨੇ ਜੀ। ਤੇ ਬਾਪੂ ਜੀ ਜਿਹੜੇ ਇਹਦੇ ਮੁੱਢਲੇ ਅਰਥ ਨੇ ਇੱਕੋ ਦੇ,
ਇੱਕੋ ਦੇ ਅਸੀਂ ਅਰਥ ਕਰ ਚੁੱਕੇ ਹਾਂ ਕਿ ਇੱਕ ਹੀ ਪਸਾਰਾ, ਤੁਸੀਂ ਗੱਲ ਕਹਿ ਚੁੱਕੇ ਹੋ। ਤੇ ਜਿਹੜਾ ਹੂੰ। ਅਗਲਾ ਲਫ਼ਜ਼ ਆਉਂਦਾ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਮੰਗਲ ਦੇ ਵਿੱਚ, ਉਹ ਹੈਗਾ ਜੀ ਸਤਨਾਮ। ਤੇ ਸਤਨਾਮ ਤੋਂ ਕੀ ਭਾਵ ਲਿਆ ਜਾਏਗਾ ਜੀ? ਹੁਣ ਜਿਵੇਂ ਕੁਦਰਤ ਦਾ ਪਸਾਰਾ ਹੈ, ਇਹ ਸਦਾ ਸਤ ਹੈ, ਸਥਿਰ ਹੈ, ਭਾਵ ਕਿ ਇਹਦੇ ਵਿੱਚ ਅਸੀਂ ਕੋਈ ਵਾਧ ਘਾਟ ਤਬਦੀਲੀ ਆਦਿਕ ਕੋਈ ਇਨਸਾਨ ਨਹੀਂ ਕਰ ਸਕਦਾ। ਇਹ ਸਦਾ ਤੋਂ ਇਸੇ ਤਰ੍ਹਾਂ ਚੱਲਦਾ ਆਇਆ। ਜੇ ਕੋਈ ਇਹਦੇ ਵਿੱਚ ਤਬਦੀਲੀ ਹੋਣੀ ਹੈ ਤਾਂ ਕੁਦਰਤ ਦੇ ਨਿਯਮਾਂ ਦੇ ਅਨੁਸਾਰ ਆਪਣੇ ਆਪ ਹੋਣੀ ਹੈ। ਅਸੀਂ ਇਹਦੇ ਵਿੱਚ ਕੋਈ ਬਦਲਾਅ ਨਹੀਂ ਲਿਆ ਸਕਦੇ। ਇਹ ਹੈ ਸਤਨਾਮ, ਭਾਵ ਕਿ ਸੱਚ ਦਾ ਨਿਯਮ, ਸੱਚ ਤੇ ਆਧਾਰਿਤ ਨਾਮ ਮੈਨੇ ਨਿਯਮ, ਸੱਚਾਈ ਤੇ ਆਧਾਰਿਤ ਇਹ ਨਿਯਮ ਸਦਾ ਤੋਂ ਚੱਲਦਾ ਆ ਰਿਹਾ ਤੇ ਚੱਲਦਾ ਰਹੇਗਾ। ਜੀ ਬਿਲਕੁਲ ਬਾਪੂ ਜੀ। ਤੇ ਫਿਰ ਅਗਲਾ ਜੀ ਜਿਹੜਾ ਹੈਗਾ ਆ ਲਫ਼ਜ਼ ਆਉਂਦਾ ਜੀ ਕਰਤਾ ਪੁਰਖ। ਇੱਥੇ ਆਮ ਤੌਰ ਤੇ ਜਿਹੜੀ ਕੰਟਰੋਵਰਸੀ ਕ੍ਰੀਏਟ ਕੀਤੀ ਜਾਂਦੀ ਆ ਕਰਤਾ ਪੁਰਖ ਦੇ ਉੱਤੇ, ਕਿ ਜਿਹੜਾ ਕਰਤਾ ਪੁਰਖ ਆ, ਕਰਨ ਵਾਲਾ ਸਿਰਫ ਇੱਕ ਹੈ। ਤੇ ਜੇ ਪਿਛਲੇ ਲਫ਼ਜ਼ ਪਹਿਲੇ ਹੀ ਸ਼ਬਦ ਨੂੰ, ਪਹਿਲੇ ਹੀ ਅੱਖਰ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤਾ ਜਾਵੇ ਤਾਂ ਇੱਥੇ ਅਰਥ ਕੁਝ ਹੋਰ ਬਣਨੇ ਆ। ਤੇ ਜੇ ਇਹਨੂੰ ਇੱਕ ਵੱਖਰੇ ਪੈਟਰਨ ਦੇ ਵਿੱਚ ਲੈਂਦੇ ਆ ਤਾਂ ਇਹਦੇ ਅਰਥ ਆ ਜਿਹੜੇ ਇੱਕ ਵੱਖਰੇ ਰੱਬ ਵਜੋਂ ਪੇਸ਼ ਦੁਬਾਰਾ ਫੇਰ ਕਰ ਦਿੱਤੇ ਜਾਂਦੇ ਆ ਜੀ ਕਰਤਾ ਪੁਰਖ ਦੇ। ਇਹ ਵੀ ਸਮਝਾ ਦਿਓ ਜੀ। ਇੱਥੇ ਪੁਰਾਤਨ ਸਮੇਂ 'ਚ ਭਾਰਤ ਦੇ ਵਿੱਚ ਜਿਹੜੇ ਰੱਬ ਦਾ ਰੂਪ ਧਾਰ ਕੇ ਅਵਤਾਰ ਆਏ ਸੀ, ਉਹਨੂੰ ਪੁਰਖ ਰੂਪ ਦੇ ਵਿੱਚ ਮੰਨ ਲਿਆ ਗਿਆ ਕਿ ਰੱਬ ਆਪ ਧਰਤੀ ਤੇ ਆ ਕੇ ਦੁੱਖਾਂ ਨੂੰ ਦੂਰ ਕਰਨ ਵਾਸਤੇ, ਮਨੁੱਖਾਂ ਦਾ ਫਾਇਦਾ ਕਰਨ ਵਾਸਤੇ ਧਰਤੀ ਤੇ ਜਨਮ ਲੈ ਕੇ ਆਉਂਦਾ ਹੈ। ਕਿਤੇ 24 ਅਵਤਾਰ ਵੀ ਮੰਨ ਲਏ, ਕਿਤੇ ਪਹਿਲਾਂ 3 ਦੇਵਤੇ ਮੰਨ ਲਏ, ਤੇ ਫਿਰ ਬਹੁਤ ਵੱਧਦੇ ਅਣਗਿਣਤੀ ਹੋ ਗਏ। ਤੇ ਉਹਨਾਂ ਦੇ ਥਾਂ ਤੇ ਫਿਰ ਇਸ ਤਰ੍ਹਾਂ ਜਦੋਂ ਇਹਦੇ ਅਰਥ ਕਰਦੇ ਨੇ ਕਰਤਾ ਪੁਰਖ ਦੇ, ਤਾਂ ਉਹਨਾਂ ਨੂੰ ਲੱਗਣ ਲੱਗ ਪੈਂਦਾ ਕਿ ਕੋਈ ਇਹੋ ਜਿਹੀ ਮਹਾਨ ਹਸਤੀ ਪੁਰਖ ਹੈ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਕਰਨ ਵਾਲਾ ਹੈ, ਬਣਾਉਣ ਵਾਲਾ ਹੈ। ਹੁਣ ਇੱਥੇ ਉਹੀ ਆ ਗਈ ਸਤਨਾਮ ਵਾਲਾ ਜਿਹੜਾ ਪਹਿਲਾਂ ਗੱਲ ਰੱਖੀ ਆਪਾਂ। ਇੱਕ ਤਾਂ ਹੋ ਗਿਆ ਇੱਕੋ, ਇਦੋਂ ਪਹਿਲਾਂ ਆ ਗਿਆ। ਦੂਜਾ ਸਦਾ ਸਤ, ਆਪਣੇ ਅਸੂਲ ਤੇ ਪੂਰੀ ਦ੍ਰਿੜਤਾ ਨਾਲ ਚੱਲਣ ਵਾਲਾ ਜਿਹੜਾ ਨਿਯਮ ਹੈ ਉਹਨੇ ਚੱਲਦੇ ਜਾਣਾ। ਫਿਰ ਉਹ ਕੌਣ ਚਲਾਉਂਦਾ? ਉਹ ਆਪਣੇ ਆਪ ਤੋਂ ਪੈਦਾ ਹੋਇਆ। ਜਿਵੇਂ 2 ਸੈੱਲ ਟੁੱਟ ਕੇ, ਇੱਕ ਸੈੱਲ ਟੁੱਟ ਕੇ 2 ਬਣਦੇ ਨੇ, 2 ਦੇ 4 ਬਣਦੇ ਨੇ। ਸਾਡੇ ਅੰਦਰ ਵੀ ਇਹ ਕਿਰਿਆ ਚੱਲਦੀ ਹੈ ਤੇ ਪਰਮਾਣੂ ਦੇ ਐਟਮ ਦੇ ਅੰਦਰ ਵੀ ਇਹ ਕਿਰਿਆ ਚੱਲਦੀ ਹੈ। ਵੱਡੇ ਛੋਟੇ ਜਿਹੜੇ ਜੀਵ ਜੰਤੂ ਇਸੇ ਤਰ੍ਹਾਂ ਹੀ ਸਾਰੇ ਬਣਦੇ ਨੇ। ਉਸ ਤਰ੍ਹਾਂ ਇਹ ਆਪਣੇ ਆਪ ਤੋਂ ਕਰਤਾ ਪੁਰਖ ਅੱਗੇ ਵੱਧਦਾ ਹੈ, ਜਾਂ ਫਿਰ ਜੇ ਉਹ ਨਸ਼ਟ ਹੋਣਾ ਹੋਵੇ ਤਾਂ ਨਸ਼ਟ ਹੁੰਦਾ। ਪਰ ਇੱਥੋਂ ਅਸੀਂ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਕਰ ਸਕਦੇ। ਉਹ ਆਪਣੇ ਆਪ ਤੋਂ ਹੈ ਸਾਰਾ ਕੁਝ ਜੀ। ਭਾਵ ਕਿ ਉਹ ਸਾਰਾ ਕੁਝ ਆਪਣੇ ਆਪ ਤੋਂ ਹੀ ਹੈ, ਇਹਨੂੰ ਵੱਖਰਾ ਕਰਕੇ ਪੇਸ਼ ਨਹੀਂ ਕੀਤਾ ਜਾ ਸਕਦਾ ਜੀ। ਜਿਹੜਾ ਪੁਜਾਰੀਆਂ ਨੇ ਜਿਹੜਾ ਕੀਤਾ ਨਾ, ਇਹ ਪੂਜਾ ਦੇ ਧਾਨ ਖਾਣ ਵਾਸਤੇ ਰੱਬ ਦਾ ਇੱਕ ਵੱਖਰਾ ਰੂਪ ਕਿ ਇਉਂ ਦੇਖੋ, ਗੁਰਬਾਣੀ 'ਚ ਵੀ ਲਿਖਿਆ ਕਰਤਾ ਪੁਰਖ ਤਾਂ ਹੁੰਦਾ ਹੈ ਨਾ। ਫਿਰ ਇਉਂ ਕਹਿ ਕੇ ਆਮ ਭੋਲੇ ਲੋਕਾਂ ਨੂੰ ਫਿਰ ਪੂਜਾ ਵਾਲੇ ਰਾਹ ਤੋਰ ਦਿੱਤਾ ਜਾਂਦਾ। ਤੇ ਪੂਜਾ ਦੇ ਵਿੱਚ ਮਾਇਆ ਵੀ ਆਉਂਦੀ ਹੈ, ਖਾਣ ਪੀਣ ਦਾ, ਕੱਪੜਾ ਲੀੜਾ ਆਦਿਕ ਸਮਾਨ ਵੀ ਆਉਂਦਾ। ਉਹ ਫਿਰ ਪੁਜਾਰੀਆਂ ਦਾ ਵਿਹਲੇ ਬੈਠੇ ਖਾਣ ਦਾ ਇੱਕ ਰਾਹ ਪੱਧਰਾ ਹੋ ਜਾਂਦਾ ਜੇ ਕਰਤਾ ਪੁਰਖ ਨੂੰ ਮੰਨ ਲੈਣਗੇ ਤਾਂ ਜੀ। ਜਿਹੜਾ ਅਗਲਾ ਸ਼ਬਦ ਹੈਗਾ ਜੀ, ਅਗਲਾ ਅੱਖਰ ਜਿਹੜਾ ਹੈਗਾ ਹੈ ਕਰਤਾ ਪੁਰਖ ਤੋਂ ਬਾਅਦ ਹੈਗਾ ਨਿਰਭਉ ਤੇ ਨਿਰਵੈਰ। ਇਹਦੇ ਆਮ ਤੌਰ ਤੇ ਅਰਥ ਜਿਹੜੇ ਕਿ ਰੱਬ ਆ ਜਿਹੜਾ, ਉਹ ਨਿਰਭਉ ਭਉ ਤੋਂ ਰਹਿਤ, ਨਿਰਵੈਰ ਵੈਰ ਤੋਂ ਰਹਿਤ। ਤੇ ਇਸ ਤਰੀਕੇ ਨੂੰ ਜਿਹੜਾ ਇਸ ਪੈਟਰਨ ਨੂੰ ਕਿਵੇਂ ਫੋਲੋ ਕੀਤਾ ਜਾਏਗਾ ਜੀ? ਹੁਣ ਜਿਹੜਾ ਨਿਯਮ ਬਣਦੇ ਨੇ, ਚਾਹੇ ਸੂਰਜ ਚੜ੍ਹਦਾ ਹੈ, ਛਿਪਦਾ ਹੈ, ਤੇ ਸਰਦੀ ਆਉਂਦੀ ਹੈ, ਗਰਮੀ ਆਉਂਦੀ ਹੈ, ਬਰਸਾਤ ਆਉਂਦੀ ਹੈ, ਹੜ੍ਹ ਆਉਂਦੇ ਨੇ, ਤੂਫਾਨ ਆਉਂਦੇ ਨੇ, ਇੱਥੇ ਇਹ ਕਿਸੇ ਦੇ ਡਰ ਦੇ ਵਿੱਚ ਨਹੀਂ ਹੈ। ਇਹਨੇ ਜਿਹੜਾ ਕੰਮ ਆਪਣੇ ਨਿਯਮਾਂ ਦੇ ਵਿੱਚ ਕਰਨਾ ਹੈ ਉਹ ਕਰਨਾ ਹੀ ਕਰਨਾ ਹੈ। ਕਿਸੇ ਦਾ ਰੋਕਣਾ ਨਹੀਂ ਹੈ। ਤੇ ਇੱਥੋਂ ਤੱਕ ਵੀ ਕਈ ਸਾਰੀਆਂ ਵੱਡੀਆਂ ਸਭਿਅਤਾਵਾਂ ਉਹ ਨਸ਼ਟ ਹੋ ਗਈਆਂ ਨੇ ਤੇ ਨਵੀਆਂ ਹੌਲੀ ਪੈਦਾ ਹੋ ਜਾਂਦੀਆਂ ਨੇ। ਕਈ ਟਾਪੂ ਬਰਬਾਦ ਹੋ ਗਏ ਨੇ ਤੇ ਕਈ ਦੇਸ਼ ਦੀਆਂ ਜਿਹੜੀਆਂ ਹੱਦਾਂ ਨੇ ਉਹ ਬਦਲ ਜਾਂਦੀਆਂ ਨੇ। ਕਿਤੇ ਲਾਵਾ ਪੁੱਟਦਾ ਹੈ ਤੇ ਜਿੱਥੇ ਪਹਿਲਾਂ ਆਬਾਦੀ ਸੀ ਉੱਥੇ ਹਿਮਾਲਾ ਪਰਬਤ ਵਰਗੇ ਬਣ ਜਾਂਦੇ ਨੇ, ਤੇ ਜਿੱਥੇ ਕਿਤੇ ਪਹਿਲਾਂ ਹਿਮਾਲਾ ਪਰਬਤ ਵਰਗੇ ਕੋਈ ਵੱਡੇ ਪਹਾੜ ਸੀ ਉੱਥੇ ਸਮੁੰਦਰ ਵੀ ਬਣ ਸਕਦਾ। ਇਹ ਏਡਾ ਵੱਡਾ ਪਸਾਰਾ ਹੈ। ਇਹ ਮਨੁੱਖ ਦੇ ਨਾ ਤਾਂ ਬਸ ਦੇ ਵਿੱਚ ਹੈ ਤੇ ਸਾਰੇ ਦਾ ਸਾਰਾ ਕਿਸੇ ਦੀ ਸਮਝ ਦੇ ਵਿੱਚ ਵੀ ਨਹੀਂ ਹੈ ਕਿ ਇਹਦੇ ਪਿੱਛੇ ਕੌਣ ਕੰਮ ਕਰਦਾ। ਹਾਂ, ਆਪੋ ਆਪਣਾ ਸਮਾਂ ਖਰਾਬ ਬਹੁਤ ਕਰਦੇ ਨੇ ਲੋਕ, ਲੱਗੇ ਰਹਿੰਦੇ ਨੇ ਇਹ ਇਉਂ ਹੁੰਦਾ ਇਉਂ ਹੁੰਦਾ, ਪਰ ਸਾਡੀ ਸੋਚ ਸਮਝ ਤੋਂ ਬਹੁਤ ਉੱਪਰਦੀਆਂ ਗੱਲਾਂ ਨੇ। ਇਸੇ ਕਰਕੇ ਇਹ ਨਿਰਭਉ ਆਪਣੇ ਆਪ ਦੇ ਵਿੱਚ ਹੈ, ਕਿਸੇ ਦੇ ਡਰ ਦੇ ਵਿੱਚ ਇਹ ਕੰਮ ਨਹੀਂ ਕਰਦੀ ਜਿਹੜੀ ਹੈ ਇਸ ਤਰ੍ਹਾਂ ਦੀ ਕਾਇਨਾਤ ਹੈ। ਨਿਰਵੈਰ ਤੇ ਇਹਦਾ ਕਿਸੇ ਨਾਲ ਕੋਈ ਵੈਰ ਨਹੀਂ। ਜੇ ਹੜ੍ਹ ਆ ਗਿਆ ਤਾਂ ਸਾਨੂੰ ਕੁਝ ਬੰਦਿਆਂ ਨੂੰ ਸਾਡੇ ਨਾਲ ਵੈਰ ਹੈ
ਇਹ ਤਾਂ ਹੜ੍ਹ ਆ ਗਿਆ ਸਾਨੂੰ ਮਾਰ ਗਿਆ, ਜਾਂ ਇੱਥੇ ਧੁੱਪ ਜ਼ਿਆਦਾ ਤਾਂ ਪੈਂਦੀ ਹੈ ਕਿਉਂਕਿ ਇੱਥੋਂ ਦੇ ਲੋਕਾਂ ਨਾਲ ਰੱਬ ਦਾ ਕੋਈ ਵੈਰ ਹੈ, ਬਿਮਾਰੀ ਪੈ ਗਈ ਤਾਂ ਰੱਬ ਦਾ ਕੋਈ ਵੈਰ ਹੈ, ਤਾਂ ਮੌਸਮ ਜੇ ਚੰਗਾ ਆ ਗਿਆ ਤਾਂ ਹੁਣ ਰੱਬ ਦਾ ਪਿਆਰ ਪੈ ਗਿਆ। ਅਜਿਹਾ ਕੁਛ ਨਹੀਂ ਹੈ। ਸਾਨੂੰ ਹਾਲਾਤ ਨਾਲ ਨਜਿੱਠਣ ਵਾਸਤੇ ਆਪਣਾ ਰਾਹ ਆਪ ਲੱਭਣਾ ਪਵੇਗਾ। ਜਿਵੇਂ ਕਿ ਜਿਹੜੇ ਅਰਬ ਮੁਲਕ ਨੇ ਉਹਨਾਂ ਦੇ ਵਿੱਚ ਗਰਮੀ ਬਹੁਤ ਪੈਂਦੀ ਹੈ। ਮੈਂ ਜਾ ਕੇ ਵੇਖਿਆ ਤਾਂ ਇੱਕ ਇੱਕ ਘਰ ਦੇ ਵਿੱਚ ਹੌਲੀ ਹੌਲੀ ਸਮਾਂ ਪਾ ਕੇ ਵਿਗਿਆਨ ਦੀਆਂ ਕਾਢਾਂ ਦਾ ਫਾਇਦਾ ਉਠਾ ਕੇ ਇੱਕ ਇੱਕ ਘਰ ਦੇ ਵਿੱਚ 10-10 ਏਸੀ ਲੱਗੇ ਹੋਏ ਨੇ। ਉਹਨਾਂ ਨੇ ਗਰਮੀ ਤੋਂ ਬਚਣ ਵਾਸਤੇ ਆਪਣੇ ਘਰਾਂ ਨੂੰ, ਆਪਣੀਆਂ ਕਾਰਾਂ ਮੋਟਰਾਂ ਆਦਿਕ ਨੂੰ ਇਸ ਤਰ੍ਹਾਂ ਦੇ ਠੰਡੇ ਰੱਖਣ ਦੇ ਯੰਤਰ ਲਾ ਲਏ ਨੇ। ਤੇ ਹੁਣ ਤਾਂ ਉਹਨਾਂ ਨੇ ਇਹ ਵੀ ਹੌਲੀ ਹੌਲੀ ਸਿੱਖ ਲਿਆ ਕਿ ਜੇ ਅਸੀਂ ਇੱਥੇ ਮੌਸਮ ਵਧੀਆ ਕਰਨਾ ਚਾਹੁੰਦੇ ਹਾਂ ਤਾਂ ਹਰਿਆਲੀ ਪੈਦਾ ਕਰੀਏ, ਘਾਹ ਅਤੇ ਰੁੱਖ ਲਾਈਏ, ਫਸਲਾਂ ਬੀਜੀਏ। ਪਰ ਕਿਵੇਂ ਹੋਣ? ਉਹਨਾਂ ਨੇ ਵਿਗਿਆਨੀਆਂ ਦੀ ਸਲਾਹ ਲੈ ਕੇ ਸਮੁੰਦਰ ਦੇ ਵਿੱਚੋਂ ਪਾਣੀ ਪਾਈਪਾਂ ਦੇ ਰਾਹੀਂ, ਮਸ਼ੀਨਾਂ ਦੇ ਰਾਹੀਂ ਚੁੱਕਿਆ, ਉਹਨੂੰ ਸਾਫ਼ ਕੀਤਾ, ਉਹਦਾ ਫੁਹਾਰੇ ਲਾਏ ਤੇ ਬਹੁਤ ਥਾਵਾਂ ਤੇ ਹੁਣ ਉੱਥੇ ਵੀ ਮੀਂਹ ਪੈਣ ਲੱਗ ਪਿਆ, ਫਸਲਾਂ ਹੋਣ ਲੱਗ ਪਈਆਂ। ਤੇ ਕਿਤੇ ਕਿਤੇ ਤਾਂ ਮੀਂਹ ਇੰਨਾ ਪੈਂਦਾ ਕਿ ਪਾਣੀ ਸਾਂਭਣਾ ਔਖਾ ਹੋ ਜਾਂਦਾ, ਕਿਉਂਕਿ ਉਹਨਾਂ ਨੂੰ ਤਜਰਬਾ ਨਹੀਂ ਸੀ ਵੀ ਇੰਨਾ ਮੀਂਹ ਵੀ ਕਿਤੇ ਪੈ ਸਕਦਾ। ਤੇ ਕਈ ਵਾਰੀ ਉੱਥੇ ਵੀ ਹੜ੍ਹ ਆ ਜਾਂਦੇ ਨੇ। ਮੈਂ ਬਹੁਤ ਵਾਰੀ ਜਾ ਕੇ ਉੱਥੇ ਦੇਖ ਆਇਆ ਤੇ ਆਪਣੇ ਵੀਰ ਭੈਣਾਂ ਇਹ ਗੱਲਾਂ ਸਾਨੂੰ ਦੱਸਦੇ ਨੇ। ਸੋ ਇਹ ਜਿਹੜਾ ਕੁਦਰਤ ਦੇ ਨਿਯਮ ਨੇ ਆਪਣੇ ਆਪ ਦੇ ਵਿੱਚ ਨਿਰਭਉ ਨੇ ਅਤੇ ਨਿਰਵੈਰ ਨੇ। ਕਿਸੇ ਨਾਲ ਇਹਨਾਂ ਦਾ ਕੋਈ ਵੈਰ ਨਹੀਂ, ਇਹਨਾਂ ਨੇ ਆਪਣਾ ਕੰਮ ਕਰਦੇ ਜਾਣਾ। ਹਾਂਜੀ, ਅਗਲਾ ਜਿਹੜਾ ਲਫ਼ਜ਼ ਆ ਉਹ ਹੈਗਾ ਜੀ ਅਕਾਲ ਮੂਰਤ। ਇੱਥੇ ਜਿਹੜਾ ਉਹ ਨੇਚਰ ਦੇ ਜਿਹੜਾ ਸਿਸਟਮ ਆ ਉਹਨੂੰ ਅਕਾਲ ਭਾਵ ਸਮੇਂ ਤੋਂ ਰਹਿਤ, ਕਾਲ ਤੋਂ ਰਹਿਤ, ਇਹਨੂੰ ਇੱਕ ਵੱਖਰਾ ਵੀ ਰੱਬ ਆ ਜਿਹੜਾ ਉਹ ਕਾਲ ਤੋਂ ਰਹਿਤ ਆ। ਦੇਖੋ ਜਿਹੜਾ ਵਿਅਕਤੀ ਹੈ, ਜੇ ਵਿਅਕਤੀ ਨੂੰ ਹੀ ਰੱਬ ਕਵਾਂਗੇ ਤਾਂ ਜਿਹੜਾ ਫਿਰ ਉਹ ਵਿਅਕਤੀ ਦਾ ਜੂਨਾਂ ਦੇ ਵਿੱਚ ਆਉਂਦਾ, ਕਾਲ ਦੇ ਸਮੇਂ ਦੇ ਚੱਕਰ ਦੇ ਵਿੱਚ ਆਉਂਦਾ। ਇਸ ਤਰੀਕੇ ਦੇ ਨਾਲ ਜਿਹੜੀ ਡੈਫੀਨੇਸ਼ਨ ਆਮ ਤੌਰ ਤੇ ਸਾਡੇ ਪ੍ਰਚਾਰਕਾਂ ਵੱਲੋਂ ਘੜ ਦਿੱਤੀ ਜਾਂਦੀ ਆ। ਤੇ ਅਸਲ ਦੇ ਵਿੱਚ ਜਿਹੜਾ ਅਕਾਲ ਮੂਰਤ ਆ, ਅਕਾਲ ਮੂਰਤ ਦੀ ਅਸਲ ਡੈਫੀਨੇਸ਼ਨ ਕੀ ਹੈ ਜੀ ਗੁਰਬਾਣੀ ਦੇ ਅਕੋਰਡਿੰਗ? ਹੁਣ ਇੱਥੇ ਤਾਂ ਸਿੱਧੀ ਜੀ ਗੱਲ ਹੈ, ਜੇ ਤਾਂ ਇਹਨੂੰ ਅਕਾਲ ਮੂਰਤ, ਪਹਿਲਾਂ ਤਾਂ ਮੂਰਤੀ ਆ ਗਈ ਨਾਲ ਸ਼ਬਦ, ਇਹਨਾਂ ਨੇ ਤਾਂ ਇਹ ਕਹਿਣਾ ਵੀ ਇਹਦਾ ਮਤਲਬ ਉਹਦੀ ਕੋਈ ਸਰੀਰਕ ਹਸਤੀ ਹੈ। ਦੇਖੋ ਗੁਰੂ ਸਾਹਿਬ ਨੇ ਆਖਿਆ ਜੀ, ਹੁਣ ਆਪਣੇ ਵਿਚਾਰ ਲੋਕਾਂ ਦੇ ਸਾਹਮਣੇ ਰੱਖਣ ਵਾਸਤੇ ਕੋਈ ਨਾ ਕੋਈ ਸ਼ਬਦ ਤਾਂ ਵਰਤਣੇ ਪੈਣਗੇ ਜਿਹੜੇ ਇੱਥੇ ਪ੍ਰਚਲਿਤ ਨੇ। ਤਾਂ ਉਹਨਾਂ ਸ਼ਬਦਾਂ ਦੇ ਰਾਹੀਂ ਗੁਰੂ ਸਾਹਿਬ ਦੱਸ ਰਹੇ ਨੇ ਉਹ ਅਕਾਲ ਹੈ, ਜਿਹੜੀ ਆਹ ਹਸਤੀ ਤੁਹਾਡੇ ਸਾਹਮਣੇ ਬਿਆਨ ਕੀਤੀ ਹੈ ਕਿ ਉਹ ਕਾਲ ਤੋਂ ਰਹਿਤ ਹੈ। ਜਿਵੇਂ ਕਿ ਅਸੀਂ ਜੀਵ ਮਰਦੇ ਹਾਂ, ਜੰਮਦੇ ਹਾਂ, ਅਸਲ ਦੇ ਵਿੱਚ ਤਾਂ ਗੁਰਬਾਣੀ ਨੇ ਆਮ ਜੀਵਾਂ ਨੂੰ ਵੀ ਮਰਨ ਜੰਮਣ ਵਾਲੇ ਇੱਕ ਸਿਸਟਮ ਆਖਿਆ ਕਿ ਨਾ ਕੋਈ ਜਨਮੈ ਨਾ ਕਿਛ ਮਰੈ, ਆਪਣ ਚਲਤ ਆਪ ਹੀ ਕਰੈ। ਵੀ ਇੱਥੇ ਜਨਮਾ ਮਰਦਾ ਨਹੀਂ ਹੈ ਕੁਝ ਵੀ, ਬਲਕਿ ਉਹਦਾ ਨਿਯਮ ਬਦਲਦਾ, ਉਹਦਾ ਸਰੀਰ ਬਦਲਦਾ, ਰੂਪ ਬਦਲ ਕੇ ਕਿਸੇ ਹੋਰ ਢੰਗ ਦੇ ਨਾਲ ਉਹ ਜਿਹੜਾ ਪ੍ਰਗਟ ਹੋ ਜਾਂਦਾ ਹੈ। ਮਿਸਾਲ ਦੇ ਤੌਰ ਤੇ ਅੱਗ, ਹਵਾ, ਪਾਣੀ, ਮਿੱਟੀ ਆਦਿਕ ਸਾਡੇ ਸਰੀਰ ਦੇ ਵਿੱਚ ਆ ਜਾਂਦੇ ਨੇ। ਉਹ ਅੰਦਰਲਾ ਸਿਸਟਮ ਚੱਲਦਾ ਤਾਂ ਮਨੁੱਖਾ ਸਰੀਰ ਬਣ ਗਿਆ। ਜਿਵੇਂ ਉਦਾਹਰਨ ਦੇ ਤੌਰ ਤੇ ਸਾਡੇ ਕੋਲੇ ਗੱਡੀਆਂ, ਮੋਟਰਾਂ ਆਦਿਕ ਨੇ। ਜਦੋਂ ਉਹ ਸਿਸਟਮ ਨੂੰ ਵਿਗਿਆਨੀਆਂ ਨੇ ਸਮਝ ਲਿਆ, ਪੂਰਾ ਕਰ ਦਿੱਤਾ, ਉਹਦੇ 'ਚ ਤੇਲ ਪਾਇਆ, ਉਹਦੇ 'ਚ ਅੱਗ, ਪਾਣੀ, ਹਵਾ ਆਦਿਕ ਚੀਜ਼ਾਂ ਦੀ ਵਰਤੋਂ ਕੀਤੀ, ਤਾਂ ਉਹ ਸਿਸਟਮ ਦੇ ਵਿੱਚ ਸਹੀ ਕਰਕੇ ਇੰਜਨ ਚਲਾ ਦਿੱਤਾ, ਘੁਮਾ ਦਿੱਤਾ। ਉਹਦੀ ਚਾਲ ਹੈ ਇੰਜਨ ਦੀ, ਚੱਕਿਆਂ ਤੱਕ, ਵੀਲਾਂ ਤੱਕ ਪਹੁੰਚ ਗਈ ਤੇ ਗੱਡੀ ਸੜਕ ਤੇ ਦੌੜ ਪਈ। ਇਸੇ ਤਰ੍ਹਾਂ ਉਹ ਇੱਕ ਨਿਯਮ ਕੰਮ ਕਰ ਰਿਹਾ। ਸੋ ਜਿਹੜਾ ਇਹ ਸਾਰਾ ਕੁਝ ਹੈ ਅਕਾਲ ਮੂਰਤ, ਇਹ ਆਪਣੇ ਨਿਯਮ ਦੇ ਵਿੱਚ ਨਿਰਭਉ ਨਿਰਵੈਰ ਅਕਾਲ ਮੂਰਤ ਆਪਣੇ ਨਿਯਮ ਦੇ ਵਿੱਚ ਲਗਾਤਾਰ ਚੱਲਦਾ ਹੈ। ਉਹ ਕਿਸੇ ਮੂਰਤੀ ਦੇ ਵਿੱਚ ਨਹੀਂ ਹੈ, ਉਹ ਕਾਲ ਤੋਂ ਰਹਿਤ ਹੈ। ਭਾਵ ਕਿ ਇਹ ਜਿਹੜਾ ਨਿਯਮ ਹੈ, ਇਹ ਸਾਰੀਆਂ ਚੀਜ਼ਾਂ ਨੇ, ਇਹ ਰੂਪ ਤਾਂ ਬਦਲ ਲੈਂਦੀਆਂ ਨੇ ਪਰ ਜਾਂਦੀਆਂ ਕਿਤੇ ਨਹੀਂ, ਕਿਸੇ ਹੋਰ ਰੂਪ ਧਾਰ ਕੇ ਹਾਲਾਤ ਅਨੁਸਾਰ ਫਿਰ ਪ੍ਰਗਟ ਹੋ ਜਾਂਦੀਆਂ ਨੇ। ਚਾਹੇ ਗਰਮੀ ਹੈ, ਸਰਦੀ ਹੈ, ਕੁਝ ਸਮੇਂ ਵਾਸਤੇ ਇਹਨਾਂ ਤੇ ਅਸਰ ਹੁੰਦਾ ਹੈ ਪਰ ਇਹ ਇੱਥੋਂ ਕਿਤੇ ਜਾਂਦੀਆਂ ਨਹੀਂ ਹਨ। ਇਸੇ ਤਰ੍ਹਾਂ ਆਪਣਾ ਕੰਮ ਲਗਾਤਾਰ ਇਹ ਚੀਜ਼ਾਂ ਕਰਦੀਆਂ ਰਹਿੰਦੀਆਂ ਨੇ। ਜੀ ਬਿਲਕੁਲ ਬਾਪੂ ਜੀ। ਤੇ ਅਗਲਾ ਜਿਹੜਾ ਪੁਆਇੰਟ ਹੈਗਾ ਆ ਉਹ ਹੈਗਾ ਆ ਸਹਿ ਭੰਗ ਤੇ ਗੁਰਪ੍ਰਸਾਦ। ਤੇ ਸਹਿ ਭੰਗ ਦੇ ਜਿਹੜੇ ਅਰਥ ਕਿਸ ਤਰੀਕੇ ਦੇ ਨਾਲ ਅਸੀਂ ਕਰ ਸਕਦੇ ਹਾਂ ਜੀ, ਤੇ ਗੁਰਪ੍ਰਸਾਦ ਜੀ? ਇੱਥੇ ਸਹਿ ਭੰਗ ਹੈ, ਇਹ ਸਾਰਾ ਕੁਝ ਆਪਣੇ ਆਪ ਤੋਂ ਹੈ, ਇਹਨਾਂ ਦੇ ਪਿੱਛੇ ਹੋਰ ਕੋਈ ਬਣਾਉਣ ਵਾਲਾ ਨਹੀਂ ਹੈ। ਪਰ ਸਾਡੇ ਅਰਥ ਕਰਨ ਵਾਲਿਆਂ ਨੇ ਇੱਥੇ ਰੱਬ ਨੂੰ ਸਹਿ ਭੰਗ ਬਣਾ ਦਿੱਤਾ ਕਿ ਰੱਬ ਆਪਣੇ ਆਪ ਤੋਂ ਬਣਿਆ। ਜੇ ਅਸੀਂ ਕੁਦਰਤ ਨੂੰ ਆਪਣੇ ਆਪ ਤੋਂ ਬਣੀ ਕਹਿ ਦਿੰਦੇ ਤਾਂ ਇੰਨਾ ਖਲਾਰਾ ਰੱਬ ਵਾਲਾ ਫਿਰ ਨਹੀਂ ਖਿਲਰਨਾ ਸੀ, ਪਰ ਇਸ ਤਰ੍ਹਾਂ ਹੋ ਗਿਆ। ਹੁਣ ਗੁਰੂ ਨਾਨਕ ਸਾਹਿਬ ਨੇ ਤਾਂ ਜਦੋਂ ਹੋਰ ਉਹਨਾਂ ਦੀ ਬਾਣੀ ਪੜ੍ਹੀਏ, ਅੱਗੋਂ ਆਪਾਂ ਜਪਜੀ ਸਾਹਿਬ ਨੂੰ ਵੀ ਪੜ੍ਹਾਂਗੇ, ਉਹਨਾਂ ਨੇ ਇੰਨਾ ਵਧੀਆ ਢੰਗ ਨਾਲ ਰੱਬ ਦਾ ਸਰੂਪ ਜਿਹੜਾ ਪੇਸ਼ ਕੀਤਾ ਹੈ। ਭਾਵ ਕਿ ਉਹ ਸਾਰੀ ਕੁਦਰਤ ਦੇ ਵਿੱਚ ਆਪ ਵਸਿਆ ਹੋਇਆ,
ਆਪ ਹੀ ਉਹ ਰਮਿਆ ਹੋਇਆ ਹੈ, ਉਹਨੂੰ ਕਿਤੇ ਵੱਖਰਾ ਲੱਭਣ ਦੀ ਲੋੜ ਨਹੀਂ ਹੈ, ਨਾ ਉਹ ਕਿਤੇ ਲੱਭਣਾ ਹੈ। ਉਹ ਤੁਹਾਡੇ ਅੰਦਰ ਵੀ ਹੈ, ਹਰ ਕਣ ਦੇ ਵਿੱਚ ਹੈ, ਭਾਵ ਕਿ ਉਹਦਾ ਨਿਯਮ ਹਰ ਥਾਂ ਤੇ ਕੰਮ ਕਰ ਰਿਹਾ ਹੈ। ਗੁਰੂ ਸਾਹਿਬ ਤਾਂ ਇਹ ਦੱਸਣਾ ਚਾਹੁੰਦੇ ਨੇ। ਤੇ ਸਹਿਭੰਗ ਦਾ ਮਤਲਬ ਹੈ ਇਹ ਸਾਰਾ ਕੁਝ ਆਪਣੇ ਆਪ ਤੋਂ ਹੈ। ਕੋਈ ਇਹ ਨਾ ਵਿਖ ਕੇ ਬਹਿ ਜਿਓ ਕਿ ਫਲਾਣੀ ਤਰੀਕ ਨੂੰ ਇੰਨੇ ਸਦੀਆਂ ਪਹਿਲਾਂ ਇੰਨੇ ਦੇਵਤੇ ਨੇ ਇਸ ਢੰਗ ਦੇ ਨਾਲ ਆਹ ਚੀਜ਼ ਇਉਂ ਪੈਦਾ ਹੋਈ। ਇਹ ਸਾਰਾ ਕੁਝ ਭਾਈ ਹਾਲਾਤ ਅਨੁਸਾਰ ਸਹਿਭੰਗ ਆਪਣੇ ਆਪ ਤੋਂ ਬਣਿਆ। ਜੇ ਰੱਬ ਨੂੰ ਬਣਾਵਾਂਗੇ ਇੱਥੇ ਵੀ ਰੱਬ ਆਪ ਬਣਿਆ, ਤਾਂ ਫਿਰ ਪੁਜਾਰੀ ਨੇ ਤਾਂ ਮਗਰ ਆਪਣੇ ਆਪ ਪੈਦਾ ਹੋ ਹੀ ਜਾਣਾ। ਪੁਜਾਰੀ ਦੇ ਖਾਤਮੇ ਨੂੰ ਧਿਆਨ 'ਚ ਰੱਖ ਕੇ ਸਾਨੂੰ ਇਹਦੇ ਅਰਥ ਇਹ ਕਰਨੇ ਪੈਣਗੇ, ਤੇ ਜਿਹੜੇ ਸਾਰੇ ਮਨੁੱਖਤਾ ਦੇ ਵਾਸਤੇ ਫਾਇਦੇਮੰਦ ਨੇ, ਕਿ ਇਹ ਸਾਰੀ ਕੁਦਰਤ ਆਪਣੇ ਆਪ ਤੋਂ ਹੈ, ਇਹਨੂੰ ਕਿਸੇ ਨੇ ਹੋਰ ਨੇ ਬਣਾਇਆ ਨਹੀਂ ਹੈ। ਉਹ ਜਿਹੜਾ ਨਿਯਮ ਹੈ ਉਹ ਇਹਦੇ ਅੰਦਰ ਹੀ ਕੰਮ ਕਰਦਾ ਹੈ। ਜਦੋਂ ਭੰਨ ਤੋੜ ਹੁੰਦੀ ਹੈ, ਤਬਦੀਲੀ ਆਉਂਦੀ ਹੈ, ਇਹਦੇ ਅੰਦਰ ਹੀ ਹਾਲਾਤ ਪੈਦਾ ਹੁੰਦੇ ਨੇ। ਹੁਣ ਤਾਂ ਕੁਝ ਵਿਕਸਿਤ ਦੇਸ਼ਾਂ ਨੇ ਇਹ ਵੀ ਤਜਰਬੇ ਕਰ ਲਏ, ਜੇ ਮੀਂਹ ਵਰਗੇ ਹਾਲਾਤ ਆਕਾਸ਼ ਦੇ ਵਿੱਚ ਪੈਦਾ ਕਰ ਦਈਏ ਤਾਂ ਮੀਂਹ ਆਪਣੇ ਆਪ ਪੈਦਾ ਹੋ ਜਾਂਦਾ, ਪੈਣ ਲੱਗ ਪੈਂਦਾ। ਇਹ ਵੀ ਵਿਗਿਆਨ ਤਰੱਕੀ ਕਰ ਗਈ ਹੈ। ਸੋ ਇਹ ਹੈ ਆਪਣੇ ਆਪ ਤੋਂ। ਗੁਰਪ੍ਰਸਾਦ ਦਾ ਮਤਲਬ ਹੈ ਕਿ ਇਹ ਸਾਰਾ ਕੁਝ ਸਾਨੂੰ ਪ੍ਰਸਾਦ ਰੂਪ 'ਚ ਮਿਲਿਆ, ਪਰ ਇਹਨੂੰ ਸਮਝਣ ਵਾਸਤੇ ਗਿਆਨ ਦੀ, ਅਕਲ ਦੀ, ਗੁਰਮੇ ਨੇ ਗਿਆਨ, ਗੁਰਮੇ ਨੇ ਅਕਲ। ਪ੍ਰਸਾਦ ਤਾਂ ਹੋ ਗਿਆ ਕਿਉਂਕਿ ਅਸੀਂ ਜਿਹੜਾ ਇੰਨਾ ਕੋਈ ਧਰਤੀ, ਅੱਗ, ਹਵਾ, ਪਾਣੀ, ਜੀਵ ਜੰਤੂ, ਪਸ਼ੂ ਪੰਛੀ ਅਤੇ ਖਾਣ ਪੀਣ ਦੇ ਸਮਾਨ, ਸਾਡੀ ਮਨੁੱਖਾ ਦੇਹੀ, ਇਹ ਸਾਰਾ ਕੁਝ ਸਾਨੂੰ ਪ੍ਰਸਾਦ ਰੂਪ 'ਚ ਮਿਲਿਆ। ਅਸੀਂ ਇਹਦਾ ਕੋਈ ਮੁੱਲ ਨਹੀਂ ਤਾਰ ਸਕਦੇ। ਨਾ ਕਿਸੇ ਦੀ ਪੂਜਾ ਮਾਨਤਾ ਕਰਕੇ, ਹਵਨ ਕਰਕੇ, ਜਗ ਕਰਕੇ, ਮੰਤਰ ਪੜ੍ਹ ਕੇ, ਟੱਲੀਆਂ ਖੜਕਾ ਕੇ, ਕਿਤੋਂ ਨਹੀਂ ਅਸੀਂ ਨਹੀਂ ਲਿਆ। ਇਹ ਸਾਨੂੰ ਕਿਰਪਾ ਰੂਪੀ ਪ੍ਰਸਾਦ ਰੂਪ ਦੇ ਵਿੱਚ ਸਾਰਾ ਕੁਝ ਪ੍ਰਾਪਤ ਹੋ ਗਿਆ। ਪਰ ਅੱਜ ਇਹਦੀ ਵਰਤੋਂ, ਇੱਥੇ ਰਹਿਣਾ, ਉਹ ਹੈ ਗਿਆਨ ਦੇ ਰਾਹੀਂ। ਉਹ ਗਿਆਨ ਸਾਨੂੰ ਗੁਰਬਾਣੀ ਕਿਉਂ ਵੀ ਮਿਲਦਾ ਹੈ, ਉਹ ਗਿਆਨ ਸਾਨੂੰ ਵਿਗਿਆਨ ਦਾ ਜਿਹੜੇ ਢੰਗ ਤਰੀਕੇ ਨੇ ਪੁਸਤਕਾਂ ਦੇ ਵਿੱਚੋਂ ਉਹ ਵੀ ਮਿਲਦਾ ਹੈ। ਪ੍ਰੈਕਟੀਕਲ ਤੌਰ ਤੇ ਜੋ ਵਿਗਿਆਨੀਆਂ ਨੇ ਕੀਤਾ ਸਾਨੂੰ ਉੱਥੋਂ ਵੀ ਬਹੁਤ ਗਿਆਨ ਮਿਲਦਾ ਹੈ। ਧਰਤੀ ਦੇ ਉੱਤੇ ਰਹਿਣ ਦਾ ਇਹ ਜਿਹੜਾ ਪ੍ਰਸਾਦ ਸਾਨੂੰ ਮਿਲਿਆ ਹੋਇਆ ਹੈ, ਇਹਨੂੰ ਗਿਆਨ ਦੇ ਰਾਹੀਂ ਵਰਤਣਾ ਆਪਾਂ ਸਿੱਖ ਲਈਏ। ਗੁਰੂ ਨਾਨਕ ਬਾਬਾ ਜੀ ਸਾਨੂੰ ਇਹ ਕਹਿੰਦੇ ਨੇ ਕਿ ਭਾਈ ਅਕਲਮੰਦ ਬਣਿਓ, ਕੁਦਰਤ ਨੂੰ ਸਮਝਿਓ ਤੇ ਇਹ ਤੋਂ ਫਾਇਦਾ ਲੈ ਸਕਦੇ ਹੋ। ਨਹੀਂ ਤਾਂ ਇਹਦੇ ਵਿੱਚ ਰਵੋਗੇ ਜੇ, ਇਹ ਤੁਹਾਡਾ ਨੁਕਸਾਨ ਵੀ ਕਰ ਸਕਦੀ ਹੈ, ਤੁਸੀਂ ਵੀ ਨੁਕਸਾਨ ਵਾਲਾ ਆਪਣਾ ਹਿੱਸਾ ਪਾ ਸਕਦੇ ਹੋ। ਪਰ ਜੇ ਸਿਆਣੇ ਹੋਵੋਗੇ ਫਿਰ ਤੁਸੀਂ ਇਸ ਕੁਦਰਤ ਦੇ ਨਿਯਮਾਂ ਤੋਂ ਬਹੁਤ ਵਧੀਆ ਆਪਣੀ ਜ਼ਿੰਦਗੀ ਨੂੰ ਬਣਾਉਣ ਵਾਸਤੇ ਚੰਗੇ ਕੰਮ ਲੈ ਸਕਦੇ ਹੋ। ਕੁੱਲ ਮਿਲਾ ਕੇ ਜੀ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਜਿਸ ਤਰੀਕੇ ਦੇ ਨਾਲ ਰੱਬ ਨੂੰ ਪੇਸ਼ ਕੀਤਾ ਜਾਂਦਾ ਆ, ਕਿ ਉਹ ਤਾਂ ਇੱਕ ਵੱਖਰੇਪਣ ਦੇ ਉੱਤੇ ਪੇਸ਼ ਕੀਤਾ ਜਾਂਦਾ, ਪਰ ਅਸੀਂ ਜਿਹੜੀ ਗੁਰਮਤ ਦੀ ਫਿਲਾਸਫੀ ਆ, ਜਿਹੜੀ ਬਾਬੇ ਨਾਨਕ ਦੀ ਫਿਲਾਸਫੀ ਆ, ਉਹਦੇ ਅਕੋਰਡਿੰਗ ਜੇ ਉਹਦੇ ਅਨੁਸਾਰ ਗੱਲ ਕਰੀਏ ਤਾਂ ਕਾਦਰ ਹੀ ਕੁਦਰਤ, ਠੀਕ ਹੈ ਜੀ, ਬ੍ਰਹਮ ਹੀ ਬ੍ਰਹਿਮੰਡ, ਇੱਕ ਹੀ ਅਨੇਕ, ਬਸ ਇਹੀ ਚੀਜ਼ ਕਹਿ ਸਕਦੇ ਹਾਂ ਜੀ ਕੁੱਲ ਮਿਲਾ ਕੇ। ਜਿਹੜੀ ਅਸੀਂ ਇੱਥੇ ਨਾ ਕੁਝ ਗੁਰਬਾਣੀ ਦੇ ਪ੍ਰਮਾਣ 2-4 ਦੇ ਦਈਏ, ਨਹੀਂ ਤਾਂ ਸਰੋਤਿਆਂ ਨੂੰ ਇਹ ਲੱਗਣਾ ਵੀ ਗੁਰਬਾਣੀ ਦਾ ਪ੍ਰਮਾਣ ਤਾਂ ਦਿੱਤਾ ਹੀ ਨਹੀਂ ਹੈ ਕੋਈ। ਜੀ ਤੇ ਇੱਕੋ ਵਾਰੇ ਏਕਸ ਤੇ ਸਭ ਦੂਜਾ ਹੂਆ, ਏਕੋ ਵਰਤੈ ਅਵਰ ਨ ਬੀਆ। ਦੂਜੇ ਤੇ ਜੋ ਏਕੋ ਜਾਣੈ, ਗੁਰ ਕਾ ਸ਼ਬਦ ਹਰ ਦਰ ਨਿਸ਼ਾਨੈ। ਸਤਿਗੁਰ ਭੇਟੇ ਤਾਂ ਏਕੋ ਪਾਏ, ਵਿੱਚੋਂ ਦੂਜਾ ਠਾਕ ਰਹਾਏ। ਇਹ ਮੈਂ ਅਰਥ ਤਾਂ ਨਹੀਂ ਕਰਦਾ, ਸਮਾਂ ਜ਼ਿਆਦਾ ਲੱਗ ਜਾਣਾ ਜੀ। ਫਿਰ ਏਕੋ ਜਪੀਐ ਮਨੈ ਮਾਹੇ, ਇੱਕ ਸਕੀ ਸਰਣਾਏ। ਇੱਕ ਸਿਉ ਕਰ ਪਿਰਹੜੀ, ਦੂਜੀ ਨਾਹੀ ਜਾਏ। ਇੱਕੋ ਦਾਤਾ ਮੰਗੀਐ, ਸਭ ਕਿਛ ਪੱਲੇ ਪਾਏ। ਮਨ ਤਨ ਸਾਸ ਗਿਰਾਸ ਪ੍ਰਭ, ਇੱਕੋ ਇੱਕ ਧਿਆਏ। ਹੁਣ ਇਹ ਜਿਹੜੇ ਸ਼ਬਦ ਨੇ ਨਾ, ਆਪਾਂ ਨੂੰ ਲੱਗਦਾ ਕਿਤੇ ਰੱਬ ਦੀ ਗੱਲ ਆ ਰਹੀ ਹੈ, ਪਰ ਉਹ ਧਿਆਨ 'ਚ ਰੱਖੀਏ ਆਪਾਂ। ਇੱਕੋ ਗਿਆਨ, ਏਕੋ ਗਿਆਨ ਧਿਆਨ ਧੁਨ ਬਾਣੀ, ਏਕ ਨਿਰਾਲਮ ਅਕਥ ਕਹਾਣੀ। ਏਕੋ ਸ਼ਬਦ ਸੱਚਾ ਨਿਸ਼ਾਨ, ਪੂਰੇ ਗੁਰ ਤੇ ਜਾਣੈ ਜਾਣ। ਏਕੋ ਧਰਮ ਦਿਰੜੈ ਸੱਚ ਕੋਈ, ਗੁਰਮਤ ਪੂਰਾ ਜੁਗ ਜੁਗ ਹੋਈ। ਆਪੇ ਪੱਟੀ ਕਲਮ ਆਪ, ਉੱਪਰ ਲੇਖ ਵੀ ਤੂੰ। ਏਕੋ ਕਹੀਐ ਨਾਨਕਾ, ਦੂਜਾ ਕਾਹੇ ਕੋ। ਏਕੋ ਏਕ ਪ੍ਰਭ, ਏਕੋ ਵਰਤੈ ਪ੍ਰਭ, ਸਭ ਏਕਸ ਤੇ ਉਤਪਤ ਚੱਲੈ। ਇਹ ਦੁਬਾਰਾ ਮੈਂ ਪੰਕਤੀ ਪੜ੍ਹਦਾ, ਥੋੜੀ ਅਸ਼ੁੱਧ ਹੋ ਗਈ ਸੀ। ਏਕੋ ਸ਼ਬਦ ਏਕੋ ਪ੍ਰਭ ਵਰਤੈ, ਸਭ ਏਕਸ ਤੇ ਉਤਪਤ ਚੱਲੈ। ਨਾਨਕ ਗੁਰਮੁਖ ਮੇਲ ਮਿਲਾਏ, ਗੁਰਮੁਖ ਹਰ ਹਰ ਜਾਏ ਰਲੈ।
ਤੋ ਜੀ ਇਹ ਸਾਰੀਆਂ ਪੰਕਤੀਆਂ ਹੋਰ ਵੀ ਬਹੁਤ ਨੇ ਇੱਕੋ ਬਾਰੇ, ਤੇ ਉਹ ਆਪਾਂ ਧਿਆਨ ਚ ਰੱਖ ਕੇ ਜਦੋਂ ਅਰਥ ਕਰਾਂਗੇ ਗੱਲ ਸਮਝ ਆਉਣੀ ਸ਼ੁਰੂ ਹੋ ਜਾਣੀ। ਜੀ ਬਹੁਤ ਬਹੁਤ ਧੰਨਵਾਦ ਬਾਪੂ ਜੀ ਤੁਹਾਡਾ, ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ੁਰੂ ਕਰਨ ਦੇ ਵਿੱਚ ਸਮਾਂ ਦੇਣ ਦੇ ਲਈ। ਤੇ ਸਰੋਤਿਆਂ ਨੂੰ ਵੀ ਗੁਜ਼ਾਰਿਸ਼ ਹੈ ਜੀ ਕਿ ਜਿਹੜਾ ਅਸੀਂ ਇਹ ਜਪ ਬਾਣੀ ਨੂੰ ਸਮਝਣ ਦੇ ਲਈ, ਗੁਰੂ ਨਾਨਕ ਸਾਹਿਬ ਦੀ ਮੁੱਢਲੀ ਵਿਚਾਰਧਾਰਾ ਨੂੰ ਸਮਝਣ ਦੇ ਲਈ ਇਹ ਪ੍ਰੋਗਰਾਮ ਜਿਹੜਾ ਜਪ ਬਾਣੀ ਦੇ ਸੰਬੰਧ ਦੇ ਵਿੱਚ ਇਹ ਸ਼ੁਰੂ ਕੀਤਾ ਆ। ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰ ਦਿਓ, ਤੇ ਜਿਹੜਾ ਸਾਡਾ ਚੈਨਲ ਆ ਉਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਫੇਸਬੁੱਕ ਪੇਜ 'ਤੇ ਲਾਈਕ ਜ਼ਰੂਰ ਕਰ ਲਿਓ, ਤਾਂ ਜੋ ਜਿਹੜੀਆਂ ਸਾਡੀਆਂ ਅਗਲੀਆਂ ਨੋਟੀਫਿਕੇਸ਼ਨ ਆ ਉਹ ਤੁਹਾਡੇ ਤੱਕ ਪਹੁੰਚ ਸਕਣ ਜੀ। ਬਹੁਤ ਬਹੁਤ ਧੰਨਵਾਦ ਜੀ ਸਾਡੇ ਸਰੋਤਿਆਂ ਦਾ, ਜਿਨ੍ਹਾਂ ਨੇ ਇਸ ਪੂਰੇ ਪੈਟਰਨ ਨੂੰ ਵਧੀਆ ਤਰੀਕੇ ਦੇ ਨਾਲ ਸੁਣਿਆ ਆ। ਤੇ ਬਹੁਤ ਧੰਨਵਾਦ, ਸ਼ੁਕਰੀਆ ਸਤਿਕਾਰਯੋਗ ਬਾਪੂ ਜੀ ਦਾ ਜੀ। ਸਤਿਕਾਰਯੋਗ ਬਾਪੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ ਕੀ ਫਤਿਹ।